ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰਮ ਧਰਾ ਭਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਦੋਹਰਾ। ਗੋਪੀ ਚੰਦ ਨ੍ਰਿਪ ਭਰਥਰੀ, ਰੋਵਹਿ ਕੰਨ ਪੜਾਏ। ਘਰ ਤਜ ਬਾਹਰ ਨਿਕਸ ਕੈ, ਪੁਨ ਘਰ ਮੰਗਣ ਜਾਏ। ਗੋਪੀ ਚੰਦ ਨ੍ਰਿਪ ਭਰਥਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰਸਵਾਰੀ ਸਾਧ ਸੰਗਤ ਜੀਓ। ਧੰਨ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ, ਇਸ ਮਾਤ ਲੋਕ ਦੀ ਧਰਤੀ ਤੇ ਆਪ ਜੀ ਨੇ ਚਰਨ ਪਾਕ ਕਰਕੇ ਅਵਤਾਰ ਧਾਰ ਕਰਕੇ ਭਾਗ ਲਾਏ। ਬੇਅੰਤ ਅਦਮ ਨੀਚ ਪਾਪੀਆਂ ਦਾ ਸਤਿਗੁਰਾਂ ਨੇ ਉਧਾਰ ਕੀਤਾ। ਐਸੇ ਸ਼ਹਿਨਸ਼ਾਹ ਪਿਤਾ ਸਤਿਗੁਰਾਂ ਦੇ ਪਵਿੱਤਰ ਲੜੀਵਾਰ ਇਤਿਹਾਸ ਨੂੰ ਆਪਾਂ ਸਰਵਣ ਕਰ ਰਹੇ ਹਾਂ। ਔਰ ਅੱਜ ਦਾ ਜੋ ਦਿਨ ਹੈ, ਉਸੇ ਗੁਰੂ ਨਾਨਕ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਤੇ ਜਦੋਂ ਸ਼ਰਧਾਵਾਨਾਂ ਨੇ, ਸ਼ਰਧਾਲੂਆਂ ਨੇ ਆਪਣੀਆਂ ਸ਼ਰਧਾ ਪੂਰੀਆਂ ਵੀ ਕੀਤੀਆਂ, ਪ੍ਰਗਟ ਵੀ ਕੀਤੀਆਂ। ਰਾਏ ਬੁਲਾਰ ਨੇ ਸਾਹਿਬ ਗੁਰੂ ਨਾਨਕ ਦੇ ਦਰਸ਼ਨ ਪਰਸ ਕੇ ਜੋ ਆਨੰਦ ਪ੍ਰਾਪਤ ਕੀਤਾ, ਉਸ ਨੇ ਸਭ ਕੁਛ ਗੁਰੂ ਤੋਂ ਨਿਸ਼ਾਵਰ ਕੀਤਾ। ਆਪਣੀ ਜੋ ਜਾਇਦਾਦ ਜ਼ਮੀਨ ਸੀ ਸਾਹਿਬ ਗੁਰੂ ਨਾਨਕ ਦੇ ਨਾਮ ਤੇ ਲਾ ਦਿੱਤੀ ਸੀ। ਔਰ ਜਦੋਂ ਮੇਰੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਸਮਾਂ ਆਇਆ, ਸੋ ਭੀੜਾਂ ਬਣਦੀਆਂ ਰਹੀਆਂ, ਖਾਲਸਾ ਪੰਥ ਉਜੜਾਂ ਵਿੱਚ ਰਿਹਾ। ਕੁਛ ਲੋਕ ਇਹਨਾਂ ਸਤਿਗੁਰਾਂ ਦੇ ਪਾਵਨ ਅਸਥਾਨਾਂ ਤੇ ਕਾਬਜ਼ ਹੋਏ, ਜੋ ਮਹੰਤ ਕਹਿਲਾਏ। ਨਰੈਣੂ ਮਹੰਤ ਉਸ ਵੇਲੇ ਕਾਬਜ਼ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅਸਥਾਨ ਦੀ ਜੋ ਮਾਇਆ ਸੀ, ਨਜਾਇਜ਼ ਵਰਤ ਕਰਕੇ
ਪਾਪ ਕਰਮ ਕਰਨੇ ਸ਼ੁਰੂ ਕੀਤੇ ਹੋਏ ਸਨ। ਗੁਰੂ ਪਾਤਸ਼ਾਹ ਦੀਆਂ ਸੰਗਤਾਂ 'ਚ ਨਿਰਾਸ਼ਾ ਵਰਤੀ। ਮਹਾਰਾਜ ਦੇ ਅਸਥਾਨ 'ਤੇ ਘੋਰ ਪਾਪ ਹੁੰਦੇ ਤੱਕ ਕੇ ਜਦੋਂ ਨਾ ਸੰਗਤਾਂ ਰਹਿ ਸਕੀਆਂ, ਉਸ ਅਸਥਾਨ ਦੀ ਪਵਿੱਤਰਤਾ ਕਾਇਮ ਕਰਨ ਵਾਸਤੇ ਸੋ ਪ੍ਰੇਮ ਭਾਵਨਾ ਦੇ ਸਹਿਤ ਗੁਰੂ ਚਰਨਾਂ ਵਿੱਚ ਜਾ ਕਰਕੇ ਸੰਗਤਾਂ ਨੇ ਵਿਚਾਰ ਕੀਤਾ, ਜਥਾ ਬਣਾ ਕਰਕੇ ਗਾਏ ਨੇ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜਾ ਕਰਕੇ ਉੱਥੇ ਬਾਣੀ ਦਾ ਪਾਠ ਕੀਰਤਨ ਸ਼ੁਰੂ ਕਰ ਦਿੱਤਾ। ਮਹੰਤ ਨੂੰ ਪਤਾ ਲੱਗ ਚੁੱਕਾ ਸੀ, ਗੋਰਿਆਂ ਨਾਲ ਮਿਲਿਆ ਹੋਇਆ ਸੀ। ਉਸਨੇ ਸਾਰੇ ਦਰਵਾਜ਼ੇ ਬੰਦ ਕਰਕੇ ਤੇ ਆਪਣੇ ਬੂਟ ਚੱਟੂਆਂ ਦੇ ਕੋਲੋਂ ਗੋਲੀਆਂ ਚਲਵਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋ ਵੀ ਸੰਗਤ ਰੂਪ ਵਿੱਚ ਮਹਾਰਾਜ ਚਰਨਾਂ ਵਿੱਚ ਸ਼ਰਧਾ ਨਾਲ ਜੁੜੀ ਬੈਠੀ ਸੀ ਗੁਰੂ ਦੀ ਪਵਿੱਤਰਤਾ ਲਈ, ਉਹਨਾਂ ਨੂੰ ਗੋਲੀਆਂ ਮਾਰ ਕੇ ਭੁੰਨਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਗੋਲੀਆਂ ਲੱਗੀਆਂ। ਉਸ ਨੇ ਤਾਂਡਵ ਨਾਚ ਕੀਤਾ ਉੱਥੇ ਪਾਪ ਦਾ। ਫਿਰ ਡਿਉੜੀ ਤੇ ਬੰਦੇ ਬਿਠਾ ਦਿੱਤੇ, ਆਉਂਦੇ ਜਾਂਦੇ ਨੂੰ ਗੋਲੀਆਂ ਮਾਰੀਆਂ। ਕੁਛ ਜਿਉਂਦੇ ਕੁਛ ਸ਼ਹੀਦ ਹੋਏ, ਉਹਨਾਂ ਦੇ ਸਰੀਰਾਂ ਨੂੰ ਤਾਂ ਉੱਥੇ ਹੀ ਇਕੱਠਿਆਂ ਕਰਕੇ ਤਾਂ ਭਾਵ ਸਾੜਿਆ ਗਿਆ। ਇਹੋ ਜਿਹਾ ਜੋ ਭਾਣਾ ਵਰਤਿਆ ਤਾਂ ਉਹ ਅੱਜ ਦਾ 21 ਫਰਵਰੀ ਦਾ ਦਿਨ ਜਿਹੜਾ ਇਹ ਖਾਲਸਾ ਪੰਥ ਥਾਵਾਂ ਥਾਵਾਂ 'ਤੇ ਹਰ ਸਾਲ ਮਨਾਉਂਦਾ ਹੈ ਕਿ ਸਤਿਗੁਰਾਂ ਦੀ ਬਖਸ਼ਿਸ਼ ਨਾਲ ਉਹਨਾਂ ਗੁਰੂ ਚਰਨਾਂ ਦੇ ਪ੍ਰੇਮੀਆਂ ਨੇ ਆਪਣਾ ਸ਼ਹੀਦੀ ਦਾ ਖੂਨ ਡੋਲਿਆ। ਇਸ ਤਰੀਕੇ ਸੰਗਤਾਂ ਜਾਗਰਤ ਹੋਈਆਂ। ਭਾਵੇਂ ਹਕੂਮਤ ਸੋ ਮਹੰਤ ਦੇ ਹੱਕ ਵਿੱਚ ਸੀ, ਪਰ ਸੰਗਤਾਂ ਨੇ ਆਪਣਾ ਕੁਰਬਾਨੀਆਂ ਦਾ ਖੂਨ ਡੋਲ ਕਰਕੇ ਗੁਰੂ ਪਾਤਸ਼ਾਹ ਦੇ ਅਸਥਾਨ ਨੂੰ ਆਜ਼ਾਦ ਕਰਾ ਕੇ ਪਵਿੱਤਰਤਾ ਕਾਇਮ ਕੀਤੀ ਸੀ। ਧੰਨ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਨ। ਆਪਣੇ ਅਸਥਾਨਾਂ ਦੀ ਰਾਖੀ ਮਹਾਰਾਜ ਆਪਣੀ ਸਮਰੱਥਾ ਬਖਸ਼ ਕਰਕੇ, ਸ਼ਕਤੀ ਵਰਤ ਕੇ ਪਵਿੱਤਰਤਾ ਰੱਖਣ। ਕਲਯੁਗ ਦਾ ਭਿਆਨਕ ਸਮਾਂ ਤੋ ਇਸ ਪ੍ਰਕਾਰ ਗੁਰੂ ਬਖਸ਼ਿਸ਼ ਕਰਨ। ਤੋ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਰਸਾਇਆ ਹੈ, ਨਾਨਕ ਦੁਖੀਆ ਸਭ ਸੰਸਾਰ। ਦੁਨੀਆ ਵਿੱਚ ਵੱਡੇ ਵੱਡੇ ਆਏ ਨੇ, ਅਵਤਾਰ ਲੋਕ ਆਏ, ਰਾਜੇ ਮਹਾਰਾਜੇ ਲੋਕ ਆਏ, ਧਾਰਮਿਕ ਲੋਕ, ਪੀਰ ਪੈਗੰਬਰ ਸੇਖ ਮਹਾਰਾਜ ਕਹਿੰਦੇ ਨੇ ਸਭ ਭਾਈ। ਸੋ ਭੈ ਕਰਕੇ ਦੁੱਖ ਭੋਗਦੇ ਹੋਏ ਆਪਣੇ ਜੀਵਨ ਵਿੱਚ ਉਹਨਾਂ ਨੂੰ ਰੋਣਾ ਪਿਆ। ਉਹਨਾਂ ਦਾ ਜ਼ਿਕਰ ਜਿਹੜਾ ਇਸ ਤਰੀਕੇ ਨਾਲ ਚੱਲ ਰਿਹਾ। ਤੋ ਜਿਸ ਤਰ੍ਹਾਂ ਦੇ ਨਾਲ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਤਾਂ ਕਵੀ ਜੀ ਉਸ ਦੀ ਵਿਆਖਿਆ ਜਿਹੜੀ ਇਸ ਤਰੀਕੇ ਨਾਲ ਕਰ ਰਹੇ ਨੇ, ਯਾਦ ਦਿਲਾ ਰਹੇ ਨੇ ਸਾਨੂੰ। ਤੇ ਸਿਧਾਂਤ ਇਸ ਸ਼ਬਦ ਦਾ ਸਾਨੂੰ ਇਹ ਬਖਸ਼ਿਆ ਹੈ, ਮੰਨੇ ਨਾਉ ਸੋਈ ਜਨ ਜਾਏ, ਔਰੀ ਕਰੁਣਾ ਲਿਖੈ ਲਾਏ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਤਾਂ ਸਤਿਗੁਰੂ ਪਾਤਸ਼ਾਹ ਜੀ ਜਿਸ ਤਰ੍ਹਾਂ ਬਖਸ਼ਿਸ਼ ਕੀਤੀ ਹੈ, ਪ੍ਰਮਾਣ ਦਿੱਤੇ ਹਨ। ਪਿਆਰ ਪੂਰਵਕ ਇਤਿਹਾਸ ਦੀ ਲੜੀ ਨੂੰ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਗੋਪੀ ਚੰਦ ਨ੍ਰਿਪ ਭਰਥਰੀ। ਤੋ ਰਾਜਾ ਗੋਪੀ ਚੰਦ ਸੀ, ਭਰਥਰੀ ਰਾਜੇ ਸਨ। ਇਹ ਜੋਗੀ ਬਣੇ ਸਨ। ਰੋਵਹਿ ਕੰਨ ਪੜਾਏ। ਪਰ ਜਿਸ ਵੇਲੇ ਵੈਰਾਗਵਾਨ ਹੋ ਕਰਕੇ ਰਾਜ ਭਾਗ ਛੱਡ ਕਰਕੇ ਇਹ ਜੋਗੀ ਬਣੇ, ਜੋਗ ਧਾਰਿਆ, ਤਾਂ ਇਹਨਾਂ ਨੂੰ ਇਸ ਪ੍ਰਕਾਰ ਜਿਸ ਵੇਲੇ ਕੰਨ ਪਾੜ ਕੇ ਮੁੰਦਰੇ ਪਾ ਕਰਕੇ ਭਗਵਾਂ ਭੇਖ ਬਣਾ ਕਰਕੇ ਸੋ ਗੋਰਖ ਦੇ ਚੇਲੇ ਬਣਾਇਆ। ਤਾਂ ਘਰ ਤਜ ਬਾਹਰ ਨਿਕਸ ਕੈ। ਤੋ ਘਰ ਤਾਂ ਮਹਿਲ ਸੋਹਣੇ ਛੱਡ ਕਰਕੇ, ਰਾਜ ਭਾਗ ਛੱਡ ਕਰਕੇ ਬਾਹਰ ਜੰਗਲਾਂ ਦਾ ਵਾਸਾ ਕੀਤਾ। ਪੁੰਨ ਘਰ ਮੰਗਣ ਜਾਏ। ਆਪਣੇ ਘਰ ਛੱਡ ਦਿੱਤੇ, ਫਿਰ ਹੋਰਨਾਂ ਦੇ ਘਰਾਂ ਵਿੱਚ ਜਾ ਕਰਕੇ ਭਿੱਖਿਆ ਮੰਗਣੀ ਪੈਂਦੀ ਸੀ ਪੇਟ ਪੂਰਤੀ ਵਾਸਤੇ। ਉਸ ਵੇਲੇ ਦੁਖੀ ਹੋਏ ਸਨ। ਚਉਪਈ ਬਹੁਤ ਯਤਨ ਕਰ ਦਰਬ ਕਮਾਇਓ। ਤੋ ਜਿਹੜਾ ਬਹੁਤ ਯਤਨ ਕਰਕੇ ਧਨ ਕਮਾਇਆ ਜਿਹੜਾ ਲੋਕਾਂ ਨੇ, ਰੋਵਹਿ ਕਿਰਪਨ ਜਾਏ ਗਵਾਇਓ। ਤੇ ਸੂਮ ਲੋਕ ਜਦੋਂ ਧਨ ਗਵਾ ਜਾਂਦਾ ਫਿਰ ਰੋਂਦੇ ਨੇ, ਬੜੇ ਦੁਖੀ ਹੁੰਦੇ। ਸੋ ਰੋਵੇ ਕਿਰਪਨ ਸੰਚੇ ਧਨ ਜਾਏ। ਇਸ ਪ੍ਰਕਾਰ ਧਨ ਜਾਣ ਤੇ ਸੂਮ ਬੰਦਾ ਜਿਹੜਾ ਉਹ ਬਹੁਤ ਦੁਖੀ ਹੁੰਦਾ ਹੈ। ਪੰਡਤ ਉਚਰਹਿ ਮੁਖ ਤੇ ਗਿਆਨਾ। ਪੰਡਤ ਲੋਕ ਵਿਦਵਾਨ ਦੁਨੀਆ ਨੂੰ ਤੇ ਬਹੁਤ ਵੇਦ ਸ਼ਾਸਤਰ ਧਰਮ ਗ੍ਰੰਥਾਂ ਦਾ ਗਿਆਨ ਸੁਣਾਉਂਦੇ ਹਨ। ਨਹੀਂ ਕਮਾਵਹਿ ਜਿਉ ਅਗਿਆਨਾ। ਪਰ ਕਹਿੰਦੇ ਨੇ ਜਿਵੇਂ ਅਗਿਆਨੀ ਲੋਕ ਉਵੇਂ ਕਮਾਉਂਦੇ ਨਹੀਂ, ਲੋਕਾਂ ਨੂੰ ਹੀ ਸੁਣਾਉਂਦੇ ਨੇ ਤੇ ਰੋਜੀ ਚਲਾਉਂਦੇ ਆ। ਜੋ ਕਹਿੰਦੇ ਨੇ ਆਪਣਾ ਕਹੇ ਆਪ ਨਾ ਕਮਾਵੇ, ਜੋ ਕਹਿੰਦੇ ਨੇ ਕਮਾਉਂਦੇ ਨਹੀਂ ਹਨ ਜਿਹੜੇ ਲੋਕ। ਅੰਤ ਕਾਲ ਜਮ ਕੇ ਬਸ ਹੋਏ। ਤੇ ਹਜੂਰ ਕਹਿੰਦੇ ਨੇ ਵੀ ਅੰਤ ਸਮੇਂ ਜਮਾਂ ਦੇ ਵਾਸੀ ਪੈਂਦੇ ਹਨ ਉਹ ਸਾਰੇ। ਦੁੱਖ ਪਾਵਹਿ ਰੋਵਹਿ ਤਬ ਸੋਏ। ਜਦੋਂ ਦੁਖੀ ਹੁੰਦੇ ਨੇ ਫਿਰ ਰੋਣਾ ਪੈਂਦਾ ਹੈ ਉਹਨਾਂ ਨੂੰ ਵੀ। ਭਰਤਾ ਮਿਰਤ ਭਏ ਤੇ ਨਾਰੀ। ਜਿਸ ਤਰ੍ਹਾਂ
ਸੋ ਪਤੀ ਗੁਜ਼ਰ ਜਾਵੇ ਤਾਂ ਉਸ ਦੀ ਧਰਮ ਸੁਪਤਨੀ ਜੋ ਹੁੰਦੀ ਹੈ, ਰੋਵਹਿ ਸੇ ਗੁਣ ਕਰਤ ਉਚਾਰੀ। ਪਤੀ ਦੇ ਗੁਣ ਗਾਇਨ ਕਰਕੇ ਕਹਿ ਕਾ ਕਰਕੇ ਉਚਾਰ ਕੇ ਰੋਂਦੀ ਹੈ। ਜਿੱਦਾਂ ਸ੍ਰੀ ਗੁਰ ਕਹਿ ਮਰਦਾਨਾ ਸੁਣੀਏ। ਸਤਿਗੁਰੂ ਕਹਿੰਦੇ ਭਾਈ ਮਰਦਾਨਾ ਜੀ ਸਰਵਣ ਕਰੋ, ਸਭ ਸੰਸਾਰ ਦੁਖੀ ਹੀ ਗੁਨੀਏ। ਵਿਚਾਰ ਕਰ ਲਓ। ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਹੈ। ਅਗ ਫਰੀਜੀ ਨੇ ਵੀ ਕਿਹਾ ਹੈ, ਸੋ ਮੈਂ ਜਾਣੇ ਦੁੱਖ ਮੁਝ ਕੋ ਦੁੱਖ ਸਮਾਇਆ। ਸੋ ਬੰਦਾ ਸੋਚਦਾ ਮੈਂ ਹੀ ਦੁਖੀ ਹਾਂ, ਜਦੋਂ ਤੱਕੀਏ ਤਾਂ ਸਾਰੇ ਦੁਨੀਆ ਹੀ ਦੁਖੀ ਸਮਝ ਲਓ। ਫਸੇ ਮੋਹ ਮਹਿ ਰਹਿਤ ਦੁਖਾਰੇ। ਤੋ ਪਾਤਸ਼ਾਹ ਦੱਸਦੇ ਨੇ, ਜਦੋਂ ਤੱਕ ਪ੍ਰਾਣੀ ਦਾ ਮਨ ਮੋਹ ਵਿੱਚ ਖੱਚਤ ਹੈ ਤਦੋਂ ਤੱਕ ਦੁਖੀ ਰਹਿੰਦਾ ਹੈ। ਜਗਤ ਉਦਦ ਕੋ ਪਾਏ ਨਾ ਪਾਰੇ। ਇਹ ਸੰਸਾਰ ਸਮੁੰਦਰ ਤੋਂ ਕੋਈ ਪਾਰ ਨਹੀਂ ਪਾ ਸਕਦਾ ਜਦੋਂ ਤੱਕ ਮੋਹ ਹਿਰਦੇ 'ਚ ਹੈ। ਦੋਹਰਾ ਵਾਹਿਗੁਰੂ ਸਤਿਨਾਮ ਜੋ ਮੰਨੈ। ਜਿਹੜਾ ਵਾਹਿਗੁਰੂ ਸਤਿਨਾਮ ਪਰਮੇਸ਼ਵਰ ਦਾ ਜੋ ਨਾਮ ਹੈ, ਮੰਨੇ ਨਾਉ ਸੋਈ ਜਨ ਜਾ, ਜੋ ਨਾਮ ਨੂੰ ਮੰਨਦਾ ਹੈ ਸੋ ਜਿਣ ਜਾਏ। ਉਹ ਜਿੱਤ ਜਾਂਦਾ ਹੈ, ਆਪਣੇ ਜੀਵਨ ਨੂੰ ਸੰਸਾਰ ਤੋਂ ਤਰ ਜਾਂਦਾ ਹੈ। ਔਰ ਕਰਮ ਲਿਖੇ ਵਿਖੇ। ਹੋਰ ਜਿਹੜੇ ਜਿੰਨੇ ਵੀ ਕਰਮ ਨੇ ਉਹ ਤਾਂ ਹਿਸਾਬ ਵਿੱਚ ਨੇ, ਤੇ ਜਦੋਂ ਲੇਖੇ 'ਚ ਗੱਲ ਹਿਸਾਬਾਂ 'ਚ ਆ ਗਈ, ਲੇਖੇ ਕਤੇ ਨਾ ਛੂਟੀ ਖਿਨ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇਸ ਵਾਸਤੇ ਅਸੀਂ ਅਣਜਾਣ ਜੀਵ ਜੇ ਹਿਸਾਬਾਂ 'ਚ ਗੱਲ ਪੈ ਜਾਏ ਵਾਹਿਗੁਰੂ ਦੇ ਘਰ, ਤਾਂ ਫਿਰ ਤਾਂ ਅਸੀਂ ਸੋ ਇਸ ਪ੍ਰਕਾਰ ਜਿਹੜਾ ਸੰਸਾਰ ਨੂੰ ਤਰ ਨਹੀਂ ਸਕਦੇ ਹਾਂ। ਤੋ ਮਹਾਰਾਜ ਕਹਿੰਦੇ ਨੇ ਵੀ ਇਉਂ ਬਾਕੀ ਕੋਈ ਵੀ ਕਰਮ ਲੇਖੇ ਵਿੱਚ ਹਨ। ਇਸ ਪ੍ਰਕਾਰ ਪਰਮੇਸ਼ਵਰ ਦਾ ਨਾਮ ਹੀ ਹੈ ਜੋ ਭਵਜਨੋਂ ਪਾਰ ਉਤਾਰਦਾ ਹੈ। ਨਹਿ ਕੋ ਛੂਟਨ ਉਪਾਏ। ਹੋਰ ਕੋਈ ਤਰੀਕਾ ਨਹੀਂ ਹੈ ਸੋ ਜਨਮ ਮਰਨ ਤੋਂ, ਇਸ ਸੰਸਾਰ ਦੇ ਆਵਾਗੁਣ ਤੋਂ ਛੁੱਟਣ ਦਾ। ਸਿਰਫ ਇੱਕ ਪਰਮੇਸ਼ਵਰ ਦਾ ਨਾਮ ਹੈ ਜਿਹਦੇ ਨਾਲ ਸਿਮਰਨ ਕਰਕੇ ਛੁਟਕਾਰਾ ਹੋ ਸਕਦਾ ਹੈ। ਚਉਪਈ ਹਿਰਦੇ ਸੁਧ ਸੇਵਹਿ ਸ੍ਰੀ ਨਾਮ। ਤੋ ਮਹਾਰਾਜ ਸਤਿਗੁਰੂ ਪਾਤਸ਼ਾਹ ਹੁਕਮ ਕੀਤਾ ਹੈ ਭਾਈ ਹਿਰਦਾ ਸ਼ੁੱਧ ਹੋਵੇ ਤੇ ਨਾਮ ਦਾ ਸਿਮਰਨ ਹੋਵੇ। ਜੇ ਨਾਮ ਦਾ ਸਿਮਰਨ ਤਾਂ ਹੈ ਲੇਕਿਨ ਮਨ ਸ਼ੁੱਧ ਨਹੀਂ, ਮਨ ਵਿੱਚ ਪਾਪ ਨੇ, ਬੁਰਾ ਸੋਚਣਾ, ਮਾੜੇ ਕਰਮ ਕਰਨ, ਫਿਰ ਨਾਮ ਨੇ ਅਸਰ ਪੂਰਾ ਨਹੀਂ ਕਰਨਾ। ਇਸ ਵਾਸਤੇ ਸੋ ਨਾਮ ਦਾ ਸਿਮਰਨ ਕਰਕੇ ਹਿਰਦੇ ਨੂੰ ਸ਼ੁੱਧ ਕਰੇ। ਨਹਿ ਤਿਨ ਕੋ ਲੇਖੈ ਸੋ ਕਾਮ। ਤਾਂ ਉਹਨਾਂ ਦਾ ਫਿਰ ਲੇਖੇ ਹਿਸਾਬ ਨਾਲ ਕੋਈ ਕੰਮ ਨਹੀਂ ਹੁੰਦਾ, ਉਹਨਾਂ ਨੂੰ ਕੋਈ ਲੇਖਾ ਹਿਸਾਬ ਨਹੀਂ ਦੇਣਾ। ਧਰਮ ਰਾਏ ਦਾ ਕਾਗਦ ਫਾਰੇ ਜਾਂ ਨਾਨਕ ਲੇਖਾ ਸਮਝਾ। ਧਰਮ ਰਾਏ ਕੋ ਕਾਗਦ ਫਾਰੈ। ਧਰਮ ਰਾਏ ਕਾਗਜ਼ ਫਾੜ ਦਿੰਦਾ, ਕਹਿੰਦੇ ਵੀ ਜਿਹੜੇ ਰੱਬ ਦਾ ਹੀ ਨਾਮ ਜਪਣ ਲੱਭੇ ਉਹਨਾਂ ਦਾ ਮੈਂ ਕੀ ਲੇਖਾ ਕਰਾਂ। ਜਾਵਤ ਪੰਥ ਨਾ ਕੋ ਅਟਕਾਰੈ। ਤੇ ਜਦੋਂ ਪਰਲੋਕ ਦੇ ਰਾਹ ਵਿੱਚ ਜਾਂਦੇ ਨੇ ਕੋਈ ਉਹਨਾਂ ਨੂੰ ਸੋ ਅਟਕਾਉਂਦਾ ਨਹੀਂ, ਰੁਕਾਵਟ ਨਹੀਂ ਪਾਉਂਦਾ ਹੈ। ਇਸੀ ਪ੍ਰਕਾਰ ਸਾਰ ਸੁਨ ਕਰਕੇ। ਇਹ ਮਹਾਰਾਜ ਨੇ ਸਾਰ ਸਿਧਾਂਤ ਜਿਸ ਵੇਲੇ ਸਮਝਾਇਆ ਹੈ, ਸੁਣਾਇਆ ਹੈ, ਤਾਂ ਰਹਿਓ ਸ਼ਾਹੋ ਭਗਤ ਪਰ ਸਿਰ ਧਰ ਕੇ। ਤਾਂ ਕਹਿੰਦੇ ਨੇ ਉਹ ਸਤ ਘਰੇ ਦਾ ਸ਼ਾਹੂਕਾਰ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਉਸਨੇ। ਤੁਮਰੇ ਬਚ ਸਾਬੁਨ ਸਮ ਸਰਸੀ। ਇਹ ਮਾਲਕ ਜੀ ਤੁਹਾਡੇ ਜਿਹੜੇ ਬਚਨ ਨੇ ਇਹ ਤਾਂ ਸਾਬਣ ਦੇ ਸੁਦਰਸ ਹਨ। ਮਨ ਮਲੀਨ ਪਟ ਉਜਲ ਕਰਹੀ। ਤੇ ਮਨ ਰੂਪ ਜੋ ਕੱਪੜਾ ਸਾਡਾ ਮੈਲਾ ਉਹਨੂੰ ਉਜਲ ਕਰਨ ਵਾਲਾ ਹੈ ਜੀ ਤੁਹਾਡੇ ਬਚਨ ਜੋ ਹਨ। ਚਲੋ ਅਬੇ ਮਮ ਸਦਨ ਵਿਚਿਤਰਾ। ਇਹ ਗਰੀਬ ਨਵਾਜ ਕਿਰਪਾ ਕਰੋ, ਮੇਰਾ ਬੜਾ ਸੁੰਦਰ ਘਰ ਹੈ, ਆਪ ਕਿਰਪਾ ਕਰਕੇ ਚਰਨ ਪਾਓ। ਪਾਏ ਪਾਏ ਕੈ ਕਰਹੁ ਪਵਿੱਤਰਾ। ਇਹ ਮਹਾਰਾਜ ਆਪਣੇ ਚਰਨ ਪਾ ਕਰੋ ਪਵਿੱਤਰਾ, ਪਵਿੱਤਰ ਕਰ ਦਿਓ ਜੀ। ਵੱਡੇ ਭਾਗ ਜਾਗੇ ਤੁਮ ਆਏ। ਮੇਰੇ ਵੱਡੇ ਹੀ ਭਾਗ ਜਾਗੇ ਜਦੋਂ ਸਤਿਗੁਰੂ ਪਾਤਸ਼ਾਹ ਤੁਹਾਡੇ ਦਰਸ਼ਨ ਹੋਏ ਹਨ, ਆਣ ਕੇ ਤੁਸੀਂ ਦਰਸ਼ਨ ਦਿੱਤੇ ਹਨ। ਸਰਬ ਸਾਰ ਕੇ ਬਚਨ ਸੁਨਾਏ। ਤੇ ਬੜੇ ਹੀ ਤੁਸੀਂ ਸਾਰ ਸ੍ਰੇਸ਼ਟ ਗਿਆਨ ਦੇ ਬਚਨ ਸੁਣਾਏ ਹਨ। ਸੁਨ ਕਰ ਬਿਨੈ ਪ੍ਰਭੂ ਸੁਖਕਾਰੀ। ਸੁੱਖਾਂ ਦੇ ਪੈਦਾ ਕਰਨ ਵਾਲੇ, ਸੁੱਖਾਂ ਨੂੰ ਦਾਤਾ ਦੇਣ ਵਾਲੇ ਗੁਰੂ ਨਾਨਕ ਸਾਹਿਬ ਨੇ ਬੇਨਤੀ ਸੁਣੀ ਜਦੋਂ। ਗਮਨੇ ਤਾਂ ਕੇ ਸਦਨ ਮਝਾਰੀ। ਤਾਂ ਉਸ ਸ਼ਾਹੂਕਾਰ ਦੇ ਘਰ ਵਿੱਚ ਗੁਰੂ ਸਾਹਿਬ ਨੇ ਚਰਨ ਪਾਏ ਹਨ। ਜਹਾਂ ਸਥਲ ਸੋ ਥੋ ਅਦਕ ਸੁਹਾਵਨ। ਬਹੁਤਾ ਹੀ ਸੁੰਦਰ ਥਾਂ ਸੀ ਜਿਹੜਾ ਘਰ ਦੇ ਵਿੱਚ। ਤਹ ਇੱਕ ਕੀਨ ਪ੍ਰਯੰਕ ਡਸਾਵਨ। ਸੋਹਣਾ ਸੁੰਦਰ ਗੁਰੂ ਪਾਤਸ਼ਾਹ ਦੇ ਆਸਣ ਲਈ ਪਲੰਘਾ ਵਿਛਾਇਆ ਹੈ। ਬੈਠਾਰੇ ਕਰ ਭਾਉ ਵਿਸਾਲਾ। ਬੜਾ ਪ੍ਰੇਮ ਕਰਕੇ ਗੁਰੂ ਸਾਹਿਬ ਨੂੰ ਬਿਠਾਇਆ ਘਰ ਵਿੱਚ। ਬਹੁਰ ਪਾਏ ਪਾਈ ਨਿਜ ਬਾਲਾ। ਫਿਰ ਆਪਣੀ ਧਰਮ ਸਪਤਨੀ ਗੁਰੂ ਸਾਹਿਬ ਦੇ ਚਰਨੀ ਲਾਇਆ ਪਾਪਣ ਨੂੰ। ਤਿਹ ਕੋ ਸਾਂਤ ਦੇਨ ਕੇ ਹੇਤਾ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਦਾ ਵੀ ਪਾਪਣ ਦਾ ਹਿਰਦਾ ਵੀ ਸ਼ਾਂਤ ਕਰਨ ਵਾਸਤੇ ਕਿਰਪਾ ਕੀਤੀ। ਬੋਲੇ ਸ੍ਰੀ ਬੇਦੀ ਕੁਲ ਕੇਤਾ। ਬੇਦੀ ਕੁਲ ਦੇ ਨਿਸ਼ਾਨ ਰੂਪ ਧੰਨ ਗੁਰੂ ਨਾਨਕ ਪਾਤਸ਼ਾਹ ਬਚਨ ਕੀਤਾ ਹੈ। ਅਬਲ ਪਿੰਗ ਕੋਰੀ ਪਤ ਹੋਈ। ਤੋ ਮਹਾਰਾਜ ਕਹਿੰਦੇ ਨੇ ਦੇਖੋ ਭਾਵੇਂ ਨਿਰਬਲ ਤੇ ਕੋੜੀ
ਤੇ ਪਿੰਗਲਾ ਪਤੀ ਹੋਵੇ ਬੇਸ਼ੱਕ। ਪ੍ਰਭੂ ਸਮਾਨ ਲਖੇ ਤੀਏ ਜੋਈ। ਜਿਹੜੀ ਔਰਤ ਜਿਹੜੀ ਆ ਆਪਣੇ ਪਤੀ ਨੂੰ ਪਰਮੇਸ਼ਰ ਸਮਾਨ ਸਮਝੇ। ਸਤਿਗੁਰੂ ਪਾਤਸ਼ਾਹ ਜੀ ਨੇ ਦੁਨੀਆ ਵਿੱਚ ਜੀਵਾਂ ਦੇ ਦੁੱਖਾਂ ਦੀ ਨਿਵਰਤੀ ਲਈ ਦੁੱਖ ਭੰਜਨੀ ਬੇਰ ਇਸ਼ਨਾਨ ਸਰੋਵਰ ਦਾ ਬਖਸ਼ਿਆ ਹੈ। ਪਰ ਦੇਖ ਲਓ ਕੋਹੜੀ ਪਤੀ ਨੂੰ ਸਿਰ ਤੇ ਚੁੱਕ ਲਿਆ। ਜਦੋਂ ਪਤੀ ਨੇ ਕਹਿਤਾ ਰਾਜੇ ਦੀ ਪੁੱਤਰੀ ਹੈ ਤੇ ਕੋਹੜੀ ਪੱਲੇ ਪਾ ਦਿੱਤਾ ਹੈ। ਕਹਿੰਦੇ ਬਸ ਪਿਤਾ ਇੰਨਾ ਹੀ ਤੇਰਾ ਕੰਮ ਸੀ। ਪਤੀ ਦੇ ਲੜ ਲਾਉਣਾ ਸੀ, ਮੈਨੂੰ ਪ੍ਰਵਾਨ ਹੈ, ਮੇਰਾ ਇਹੀ ਪਤੀ ਹੈ, ਇਹੀ ਮੇਰਾ ਪਰਮੇਸ਼ਰ ਹੈ। ਪਰਮੇਸ਼ਰ ਨੇ ਭਾਗ ਲਾਏ, ਕੋਹੜੀ ਦਾ ਕੋਹੜ ਵੀ ਦੂਰ ਹੋਇਆ ਸੀ ਤੇ ਮੁੜ ਕੇ ਰਾਜ ਭਾਗ ਦੇ ਮਾਲਕ ਵੀ ਬਣੇ ਸੀ। ਤਾਂ ਮਹਾਰਾਜ ਸਤਿਗੁਰੂ ਜੀ ਪ੍ਰੇਰਨਾ ਕਰ ਰਹੇ ਨੇ, ਪਤੀ ਜੈਸਾ ਵੀ ਹੈ ਭਾਗਾਂ ਨਾਲ ਜੋ ਮਿਲ ਗਿਆ ਉਸ ਨੂੰ ਪਰਮੇਸ਼ਰ ਕਰਕੇ ਹੀ ਜਾਣੇ। ਸਰਬ ਭਾਂਤ ਕੀ ਸੇਵਾ ਕਰਹੀ। ਸਭ ਤਰੀਕਿਆਂ ਦੇ ਨਾਲ ਸੇਵਾ ਕਮਾਵੇ ਪਤੀ ਜੀ ਦੀ। ਪਰ ਪੁਰਖਨ ਰਤ ਉਰ ਨਹਿ ਧਰਹੀ। ਪਰ ਆਪਣੇ ਪਤੀ ਦੇ ਹੁੰਦਿਆਂ ਤੋ ਕਦੇ ਵੀ ਪਰਾਏ ਪੁਰਸ਼ਾਂ ਨੂੰ ਕਦੇ ਵੀ ਇਸ ਪ੍ਰਕਾਰ ਸੋ ਪਤੀ ਦੀ ਜਗ੍ਹਾ ਨਾ ਦਵੇ। ਪਤ ਕੇ ਹੱਥ ਹੋਵੇ ਤਿਆਗੇ ਪ੍ਰਾਨਾ। ਜੇ ਅਗਰ ਸੋ ਪਤੀ ਕਿਤੇ ਚੜ੍ਹਾਈ ਕਰ ਜਾਏ ਤੇ ਇੰਨਾ ਪਿਆਰ ਹੋਣਾ ਚਾਹੀਦਾ ਹੈ ਕਿ ਪ੍ਰੇਮ ਵਿੱਚ ਹੀ ਉਹ ਆਪਣੇ ਪ੍ਰਾਣ ਤਿਆਗ ਜਾਵੇ। ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕੀਤੇ ਨੇ, ਪੀਸੋ ਸਤੀਆਂ ਜਾਣੀਏ ਬਿਰਹੇ ਚੋਟ ਮਰਨ। ਵਿਛੋੜੇ ਦੀ ਗੱਲ ਸੁਣ ਕਰਕੇ ਤੋ ਪ੍ਰਾਣ ਨਿਕਲ ਜਾਣ। ਐਸੀਆਂ ਸਤੀਆਂ ਹੋ ਚੁੱਕੀਆਂ ਨੇ, ਪ੍ਰਮਾਣ ਮਿਲਦੇ ਨੇ ਇਤਿਹਾਸ ਵਿੱਚ। ਕਹਿੰਦੇ ਐਸਾ ਪਿਆਰ ਹੋਣਾ ਚਾਹੀਦਾ ਹੈ। ਰੰਚ ਸਮਾਨ ਨ ਤਨ ਪਹਿਚਾਨਾ। ਤਾਂ ਕਹਿੰਦੇ ਉਹਨਾਂ ਨੇ ਰਤੀ ਬਰਾਬਰ ਵੀ ਆਪਣੇ ਸਰੀਰ ਨੂੰ ਪਛਾਣਿਆ ਨਹੀਂ ਹੈ। ਜਾਹੇ ਸੁਰਗ ਸੁਖ ਪਾਹੇ ਬਡੇਰੇ। ਪਰ ਐਸੀਆਂ ਜਿਹੜੀਆਂ ਸਤੀਆਂ ਨੇ ਉਹ ਸਵਰਗਾਂ 'ਚ ਜਾ ਕੇ ਸੁਖ ਮਾਣਦੀਆਂ ਹਨ। ਦੰਪਤ ਬਿਲ ਸਹਿ ਬਰਖ ਕਨੇਰੇ। ਤੇ ਫਿਰ ਦੋਨੋਂ ਹੀ ਜੀ ਦੰਪਤ ਪਤੀ ਸਤੀ ਸਵਰਗਾਂ ਦੇ ਸੁਖ ਮਾਣਨਗੇ। ਪਰ ਹਜੂਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੋ ਪਤੀ ਸਤੀ ਧਰਮ 'ਚ ਕਾਇਮ ਰਹਿੰਦੇ ਹੋਏ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ, ਉਹ ਆਪਣਾ ਜੀਵਨ ਸਫਲ ਕਰਦੇ ਹਨ। ਹਰ ਨਾਰੀ ਜੇ ਨਿਜ ਪਤ ਤਿਆਗੀ। ਇਸ ਪ੍ਰਕਾਰ ਸੋ ਆਪਣਾ ਪਤੀ ਪਰਾਈਆਂ ਇਸ ਪਰ ਨਾਰੀ ਦਾ ਤਿਆਗ ਕਰੇ। ਪਰ ਪੁਰਖਨ ਪਿਖ ਕੈ ਅਨਰਾਗੀ। ਤੋ ਜਿਹੜੀ ਪਰਾਏ ਪਤੀਆਂ ਨੂੰ ਦੇਖ ਕੇ ਪ੍ਰੇਮ ਕਰਦੀ ਹੈ। ਹੋਵੇ ਕੈ ਨਿਡਰ ਤਜੀ ਜਗ ਬਰੀੜਾ। ਜਿਹੜੀਆਂ ਬੀਬੀਆਂ ਇਸ ਆਪਣੇ ਪਤੀ ਨੂੰ ਤਿਆਗ ਕਰਕੇ ਸੰਸਾਰ ਦੀ ਲੱਜਾ ਤਿਆਗ ਦਿੰਦੀਆਂ ਨੇ। ਸਾਧ ਹੇਤ ਕਰਹੀ ਮਿਲ ਕਰੀੜਾ। ਇਸ ਪ੍ਰਕਾਰ ਵਿਸ਼ੇ ਵਿਕਾਰਾਂ ਦੇ ਸਵਾਦਾਂ 'ਚ ਜੋ ਪੈ ਜਾਂਦੀਆਂ ਹਨ। ਤਿਹ ਜਮਦੂਤ ਗਹਿ ਜਬ ਆਈ। ਜਦੋਂ ਜਮਦੂਤ ਆਣ ਕੇ ਪਕੜ ਕੇ ਲੈ ਜਾਂਦੇ ਹਨ, ਉਹਨਾਂ ਨੂੰ ਮਾਰਦੇ ਨੇ। ਜਾਹੇ ਘਸੀਟਤ ਦੇਹ ਸਜਾਈ। ਉਹ ਘਸੀਟਦੇ ਹੋਏ ਪਰਲੋਕ ਨੂੰ ਲਿਜਾਂਦੇ ਨੇ, ਸਜ਼ਾਵਾਂ ਬਹੁਤ ਦਿੰਦੇ ਹਨ। ਲੋਹੇ ਥੰਬ ਕੋ ਲਾਲ ਤਪਾਈ। ਲੋਹੇ ਦੇ ਥੰਮ ਪੁਰਸ਼ਾਂ ਦੇ ਲਾਲ ਕਰਕੇ ਖੈਚ ਤਾਹੇ ਕੇ ਸੰਗ ਲਗਾਈ। ਫਿਰ ਉਹਦੇ ਨਾਲ ਚਮੇੜਦੇ ਨੇ। ਭਾਵ ਹੈ ਕਿ ਜਿਸ ਤਰ੍ਹਾਂ ਦੇ ਅਸੀਂ ਸਮਝ ਸਕੀਏ ਉੱਥੇ ਪਰਲੋਕ ਦੇ ਵਿੱਚ ਸਜ਼ਾਵਾਂ ਮਿਲਦੀਆਂ ਭੈੜੇ ਕਰਮਾਂ ਦੀਆਂ, ਸਾਨੂੰ ਸਮਝਾਉਣ ਲਈ ਤਬਤ ਥੰਮ ਗੱਲ ਲਾਤੇ ਆ, ਤਪਾ ਕਰਕੇ ਥੰਮ ਬਣਾ ਕਰਕੇ ਉਹਨਾਂ ਨਾਲ ਚਮੇੜਦੇ ਹਨ। ਐਸਾ ਕਹਿੰਦੇ ਉੱਥੇ ਐਸੀ ਦਰਗਾਹ ਮਿਲੇ, ਸਜਾਏ ਮਿਲਦੀ ਹੈ। ਇਤਿਆਦਿਕ ਦੁਖ ਦੇਹ ਕਨੇਰਾ। ਇਸ ਤੋਂ ਆਦ ਜਮਦੂਤ ਭਾਰੀ ਦੁੱਖ ਦਿੰਦੇ ਨੇ, ਕੀਤੇ ਹੋਏ ਮਾੜੇ ਕਰਮਾਂ ਦਾ ਫਲ। ਕੌਣ ਪੁਕਾਰ ਸੁਨਹਿ ਤਿਸ ਬੇਰਾ। ਉੱਥੇ ਫਿਰ ਪੁਕਾਰ ਕੌਣ ਸੁਣੇਗਾ। ਜਗ ਮਹਿ ਨਿੰਦਾ ਕਸ਼ਟ ਅਗਾਰੀ। ਕਹਿੰਦੇ ਸੰਸਾਰ ਵਿੱਚ ਨਿੰਦਿਆ ਹੁੰਦੀ ਇਹੋ ਜਿਹੇ ਲੋਕਾਂ ਦੀ, ਪਰਲੋਕ ਦੇ ਵਿੱਚ ਕਸ਼ਟ ਉਠਾਉਣੇ ਪੈਂਦੇ, ਦੁੱਖ। ਅਸਗਤ ਹੋਵੇ ਬਿਬਚਾਰਨ ਨਾਰੀ। ਇਹੋ ਜਿਹੀ ਜੋ ਆਪਣਾ ਸਤ ਨਹੀਂ ਰੱਖਦੀਆਂ ਕਾਇਮ ਬੀਬੀਆਂ, ਉਹਨਾਂ ਦੀ ਹਾਲਤ ਹੁੰਦੀ ਦੋਹਾਂ ਲੋਕਾਂ 'ਚ। ਪਤੀ ਬ੍ਰਤਾ ਕੋ ਜਸ ਜਗ ਮਾਹੀ। ਤੇ ਪਤੀ ਵਰਤਾ ਜੋ ਹੈ ਉਹਨਾਂ ਦਾ ਦੁਨੀਆ 'ਚ ਜਸ ਹੁੰਦਾ ਹੈ। ਆਗੇ ਅਨਕ ਬਿਦਨ ਸੁਖ ਪਾਹੀ। ਅੱਗੇ ਪਰਲੋਕ ਵਿੱਚ ਅਨੇਕ ਤਰੀਕਿਆਂ ਦੇ ਸੁਖ ਪ੍ਰਾਪਤ ਕਰਦੀਆਂ ਹਨ। ਦੀਰਘ ਦ੍ਰਿਸ਼ਟ ਦੇਖ ਕਰ ਐਸੇ। ਇਸ ਵਾਸਤੇ ਦੀਰਘ ਲੰਬੀ ਦ੍ਰਿਸ਼ਟੀ ਨਾਲ ਦੇਖ ਕਰਕੇ ਏਦਾਂ ਨਹਿ ਬਿਬਚਾਰ ਕਰਹੁ ਪੁਨ ਤੈਸੇ। ਉਹ ਸ਼ਾਹੂਕਾਰ ਦੀ ਧਰਮ ਪਤਨੀ ਨੂੰ ਸਮਝਾਇਆ ਵੀ ਅੱਗੇ ਵਾਸਤੇ ਇਹ ਮਾੜੇ ਕੰਮਾਂ ਤੋਂ ਬਚ ਜਾ ਤੂੰ। ਸਾਹੋ ਤੀਆ ਸੁਨ ਕਰ ਬਚ ਗੁਰ ਕੇ। ਸਤਿਗੁਰਾਂ ਦੇ ਬਚਨ ਸੁਣੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ। ਪਰੀ ਪਾਏ ਪਰ ਜਮ ਡਰ ਕਰਕੇ। ਜਿਸ ਵੇਲੇ ਮਹਾਰਾਜ ਨੇ ਪਰਲੋਕ ਦਾ ਹਾਲਾਤ ਦੱਸਿਆ, ਭੈ ਆਇਆ, ਕੰਬ ਗਈ, ਡਰ ਗਈ, ਮਹਾਰਾਜ ਦੇ ਚਰਨ ਫੜ ਲਏ ਹਨ। ਹੇ ਸੰਤੋਖ ਮੈਂ ਅੱਗ ਕੀਏ ਭਾਰੀ। ਹੇ ਮਹਾਰਾਜ ਮੈਂ ਬਹੁਤ ਪਾਪ ਭਾਰੀ ਕੀਤੇ ਹਨ। ਬਖਸ਼ੋ ਆਈ ਸਰਨ ਤੁਮਾਰੀ। ਤੁਹਾਡੀ ਸ਼ਰਨ ਵਿੱਚ ਆਈ, ਹੁਣ ਮੈਨੂੰ ਬਖਸ਼ ਲੋ, ਕਿਰਪਾ ਕਰੋ। ਗੁਰ ਕਹਿ ਪਾਛਲ ਬਖਸ਼ੇ ਸੋਊ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਬਚਨ ਕੀਤਾ, ਭਈ ਜਿਹੜੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾ। ਇਹ ਮੇਰੇ ਸਤਿਗੁਰੂ ਪਾਤਸ਼ਾਹ ਦਾ ਗੁਰੂ ਪੁਣਾ ਹੈ, ਬਖਸ਼ਿਸ਼ਾਂ ਕਰਨੀਆਂ।
ਤਾਂ ਹਜੂਰ ਪਾਤਸ਼ਾਹ ਜੀ ਨੇ ਕਿਹਾ ਪਿਛਲੇ ਤੇਰੇ ਬਖਸ਼ ਦਿੱਤੇ, ਬਹੁਰ ਅਗਾਰੀ ਕਰਹੁ ਨ ਕੋਊ। ਅੱਗੇ ਵਾਸਤੇ ਤੂੰ ਇਉਂ ਪਾਪ ਨਾ ਕਰੀ ਹੁਣ। ਪਤ ਆਇਸ ਕੇ ਰਹੋ ਅਨਸਾਰੀ। ਆਪਣੇ ਪਤੀ ਦੀ ਆਗਿਆ ਵਿੱਚ ਰਹਿ ਕਰਕੇ ਸਮਾਂ ਗੁਜ਼ਾਰੋ। ਸਿਮਰਹੁ ਸਤਨਾਮ ਸੁਖਕਾਰੀ। ਤਾਂ ਸੁਖ ਦੇਣ ਵਾਲਾ ਪਰਮੇਸ਼ਵਰ ਦਾ ਸੱਚੇ ਨਾਮ ਦਾ ਸਿਮਰਨ ਕਰੋ। ਅਸ ਉਪਦੇਸ਼ ਦੀਨ ਤਿਨ ਤਾਈ। ਐਸਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਉਸ ਦੇ ਤਾਈਂ। ਕਰੀ ਬਤੀਤ ਰੈਨ ਜਗ ਸਾਈ। ਰਾਤ ਮੇਰੇ ਸਤਿਗੁਰੂ ਨੇ ਉੱਥੇ ਗੁਜ਼ਾਰੀ ਹੈ। ਦੰਪਤ ਕੇ ਉਰ ਕੇ ਕਰਨ ਸ਼ਾਂਤਾ। ਤਾਂ ਦੋਨਾਂ ਜੀਆਂ ਦੇ ਮਨਾਂ ਨੂੰ ਸ਼ਾਂਤੀ ਬਖਸ਼ ਦਿੱਤੀ ਮਹਾਰਾਜ ਨੇ। ਸੋ ਉਸ ਦੀ ਜੋ ਸਤੀ ਸੀ ਘਰ ਵਾਲੀ, ਵਿਕਾਰਾਂ ਤੋਂ ਸ਼ਾਂਤ ਕੀਤਾ, ਤੇ ਜਿਹੜਾ ਪਰੇਸ਼ਾਨੀ ਸੀ ਇਸ ਪ੍ਰਕਾਰ ਸ਼ਾਹੂਕਾਰ ਨੂੰ ਉਹਦਾ ਮਨ ਵੀ ਸ਼ਾਂਤ ਕੀਤਾ। ਨਾਮ ਸਿਮਰਨ ਵਿੱਚ ਜੋੜਿਆ ਸਤਿਗੁਰਾਂ ਨੇ। ਗਮਨ ਕੀਨ ਮਾਰਗ ਸੁਖ ਦਾਤਾ। ਮੇਰੇ ਸਤਿਗੁਰੂ ਪਾਤਸ਼ਾਹ ਜੀ ਸੁੱਖਾਂ ਦੇ ਦਾਤਾ ਜੀ ਅੱਗੇ ਰਸਤੇ ਚੱਲੇ ਹਨ। ਇੱਕ ਪੁਰ ਆਵਾ ਬਹੁਰ ਅਗਾਰੀ। ਇੱਕ ਹੋਰ ਨਗਰ ਸਾਹਮਣੇ ਆਇਆ ਸਤਿਗੁਰਾਂ ਦੇ। ਜਾਏ ਪਹੁੰਚੇ ਤਾਹੇ ਮਝਾਰੀ। ਉਸ ਨਗਰੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਗਏ ਹਨ। ਰੈਨ ਰਹਿਨ ਹਿਤ ਖੋਜਤ ਥਾਏ। ਹਜੂਰ ਪਾਤਸ਼ਾਹ ਜੀ ਕੌਤਕ ਰਚਿਆ, ਰਾਤ ਰਹਿਣ ਵਾਸਤੇ ਥਾਂ ਭਾਲਦੇ ਨੇ ਉਸ ਨਗਰੀ ਵਿੱਚ। ਜਿਨ ਕੀਨੇ ਬ੍ਰਹਮੰਡ ਬਨਾਏ। ਦੇਖੋ ਧੰਨ ਜਿਨ੍ਹਾਂ ਨੇ ਕਹਿੰਦੇ ਸਾਰੇ ਬ੍ਰਹਮੰਡ ਬਣਾਏ, ਤਿਆਰ ਕੀਤੇ ਹਨ। ਤਹਾਂ ਬਸੇਰਾ ਦੇਤ ਨ ਕੋਊ। ਤੇ ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਬ੍ਰਹਮੰਡਾਂ ਦੇ ਮਾਲਕ ਨੇ ਰਚਨਹਾਰ, ਤੇ ਉਹਨਾਂ ਨੂੰ ਰਾਤ ਕੱਟਣ ਵਾਸਤੇ ਕੋਈ ਜਗ੍ਹਾ ਨਹੀਂ ਦਿੰਦਾ ਉਸ ਨਗਰੀ ਵਿੱਚ। ਬੈਠੇ ਜਹਾਂ ਉਠਾਵਹਿ ਸੋਊ। ਜਿੱਥੇ ਮੇਰੇ ਸਤਿਗੁਰੂ ਜੀ ਬੈਠਦੇ ਨੇ ਉੱਥੇ ਲੋਕੀ ਉਠਾ ਦਿੰਦੇ ਨੇ। ਇਹੋ ਜਿਹੇ ਲੋਕ ਨੇ, ਉਹੋ ਜਿਹੇ ਮਨਮੁਖ। ਮੰਦਮਤੀ ਪਿਖ ਨਰ ਤਿਹ ਥਾਏ। ਤੋ ਮਹਾਰਾਜ ਨੇ ਦੇਖਿਆ ਇਹ ਲੋਕ ਮੰਦੀ ਮਤ ਵਾਲੇ ਹਨ। ਪੁਰ ਤੇ ਬਾਹਰ ਪ੍ਰਭੂ ਪੁਨ ਆਏ। ਸਤਿਗੁਰੂ ਪਾਤਸ਼ਾਹ ਇਸ ਨਗਰੀ ਚੋਂ ਬਾਹਰ ਆ ਗਏ ਹਨ। ਪੁੱਤੋ ਕੁਸ਼ਟ ਜੁਤ ਏਕ ਫਕੀਰਾ। ਬਾਹਰ ਤੱਕਿਆ ਹਜੂਰ ਜੀ ਨੇ ਖੇਤਾਂ ਦੇ ਵਿੱਚ ਇੱਕ ਫਕੀਰ ਹੀ ਹੈ, ਕਹਿੰਦੇ ਸਮਝੋ ਕਿ ਜਿਹਦਾ ਸਰੀਰ ਕੋੜੀ ਹੋਇਆ ਹੋਇਆ ਹੈ। ਨਿਸ ਬਾਸੁਰ ਬਹੁ ਪਾਵਤ ਪੀਰਾ। ਉਹ ਦਿਨੇ ਰਾਤ ਹੀ ਪੀੜ ਦੇ ਨਾਲ ਦੁਖੀ ਜੋ ਹੁੰਦਾ ਹੈ। ਦੇਖ ਦਇਆ ਨਿਧ ਕਰੁਣਾ ਆਈ। ਤੋ ਮਹਾਰਾਜ ਸਤਿਗੁਰੂ ਜੀ ਨੂੰ ਕਿਰਪਾ ਦਇਆ ਆ ਗਈ ਉਸ ਨੂੰ ਵੇਖ ਕੇ ਦੁਖੀ ਨੂੰ। ਝੁੱਗੀ ਢਿਗ ਬੈਠੇ ਜਗ ਸਾਈ। ਉਹਦੀ ਝੁੱਗੀ ਸੀ ਕੱਖਾਂ ਦੀ, ਉਹਦੇ ਕੋਲ ਬੈਠ ਗਏ ਮੇਰੇ ਸਵਾਮੀ ਸਤਿਗੁਰੂ। ਕਹੇ ਫਕੀਰ ਬੰਦ ਕਰ ਦੋ। ਦੋਵੇਂ ਹੱਥ ਜੋੜ ਕੇ ਉਹ ਕੋੜੀ ਜਿਹੜਾ ਸੀ ਕਹਿੰਦਾ ਸਤਿਗੁਰਾਂ ਨੂੰ, ਮੋਰ ਸਮੀਪ ਨਾ ਆਵਤ ਕੋ। ਇਹ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਨੇੜੇ ਤਾਂ ਆਉਂਦਾ ਹੀ ਕੋਈ ਨਹੀਂ ਹੁੰਦਾ। ਖੱਗ ਭਾਗੈ ਪਿਖ ਗਿਣਤੀ ਕਿਆ ਨਰ। ਬੰਦਿਆਂ ਦੀ ਤਾਂ ਕੀ ਗਿਣਤੀ, ਮੈਨੂੰ ਤਾਂ ਪਸ਼ੂ ਵੀ ਮੇਰੇ ਵੱਲੋਂ ਦੇਖ ਕਰਕੇ ਭੱਜ ਜਾਂਦੇ, ਦੂਰ ਹੋ ਜਾਂਦੇ, ਪੰਛੀ ਵੀ ਪਰੇ ਹੋ ਜਾਂਦੇ ਆ। ਤੁਮ ਆਏ ਮੋਹ ਪਰ ਕਰਨਾ ਕਰ। ਤੁਸੀਂ ਮੇਰੇ ਤੇ ਦਇਆ ਕਰਕੇ ਕਿਰਪਾ ਕਰਕੇ ਮੇਰੇ ਕੋਲ ਆਏ ਹੋ ਜੀ। ਰੈਣ ਬਸੇਰਾ ਕਰ ਤਿਹ ਥਾਨਾ। ਤੋ ਮੇਰੇ ਸਤਿਗੁਰੂ ਜੀ ਰਾਤ ਉਹਦੀ ਝੁੱਗੀ ਦੇ ਕੋਲ ਹੀ ਡੇਰਾ ਲਾ ਲਿਆ। ਨਹਿ ਪੌਡੇ ਬੈਠੇ ਗਤ ਦਾਨਾ। ਮੇਰੇ ਸਤਿਗੁਰੂ ਪਾਤਸ਼ਾਹ ਬੈਠੇ ਹੀ ਹਨ। ਸੋ ਮਹਾਰਾਜ ਨੇ ਆਰਾਮ ਨਹੀਂ ਕੀਤਾ, ਲੇਟੇ ਨਹੀਂ ਧਰਤੀ ਤੇ। ਸਭ ਨਿਸ ਕੁਸ਼ਟੀ ਸੰਕਟ ਪਾਵੇ। ਸਾਰੀ ਰਾਤ ਕਹਿੰਦੇ ਉਹ ਕੋੜੀ ਹਾਏ ਹਾਏ ਪੁਕਾਰੀ ਗਿਆ, ਜਿਵੇਂ ਅੱਗੇ ਕਰਦਾ ਸੀ। ਹਾਏ ਹਾਏ ਕਹਿ ਕੇ ਬਿਲ ਲਾਵੇ। ਬਿਰਲਾਪ ਕਰਦਾ ਬਹੁਤ ਦੁਖੀ ਹੈ ਜਿਸ ਤਰ੍ਹਾਂ। ਦੋਹਰਾ ਅਰਧ ਨਿਸਾ ਬੀਤੀ ਜਬ ਹੈ। ਧੰਨ ਸਤਿਗੁਰੂ ਪਾਤਸ਼ਾਹ ਅੱਧੀ ਰਾਤ ਜਦੋਂ ਗੁਜ਼ਰ ਗਈ ਤੇ ਅੰਮ੍ਰਿਤ ਵੇਲੇ ਦਾ ਸਮਾਂ ਲੱਗ ਗਿਆ, ਤਾਂ ਮੇਰੇ ਸਤਿਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਸ੍ਰੀ ਬੇਦੀ ਕੁਲ ਕੇਤ। ਬੇਦੀ ਕੁਲ ਦੇ ਨਿਸ਼ਾਨ ਰੂਪ ਧੰਨ ਗੁਰੂ ਨਾਨਕ ਸਾਹਿਬ ਨੇ ਮਿਹਰ ਕੀਤੀ ਉਸ ਪਾਪੀ ਤੇ। ਸ਼ਬਦ ਉਚਾਰਨ ਕੀਨ ਤਬ। ਮੇਰੇ ਸਤਿਗੁਰੂ ਨੇ ਉਸ ਕੋੜੀ ਦੇ ਕੋਲ ਬੈਠ ਕਰਕੇ ਤਾਂ ਸ਼ਬਦ ਉਚਾਰਨ ਕੀਤਾ ਹੈ। ਸੰਕਟ ਕੱਟਣੇ ਹੇਤ। ਉਸ ਦਾ ਦੁੱਖ ਦੂਰ ਕਰਨ ਵਾਸਤੇ ਮਹਾਰਾਜ ਨੇ ਬਾਣੀ ਦਾ ਸ਼ਬਦ ਉਚਾਰਿਆ ਹੈ। ਧਨਾਸਰੀ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਸਾਹਿਬ ਧਨਾਸਰੀ ਰਾਗਣੀ ਵਿੱਚ ਸ਼ਬਦ ਦਾ ਉਚਾਰਨ ਕੀਤਾ ਹੈ। ਜੀਉ ਤਪਤ ਹੈ ਬਾਰੋ ਬਾਰ। ਮੇਰੇ ਸਤਿਗੁਰੂ ਪਾਤਸ਼ਾਹ ਮਹਾਂਪੁਰਖ ਇਸ ਦੀ ਇਸ ਤਰ੍ਹਾਂ ਉਥਾਨਕਾ ਦੱਸਿਆ ਕਰਦੇ ਸਨ। ਤੋ ਇਸ ਪ੍ਰਕਾਰ ਵੇਰਵਾ ਮਿਲਦਾ ਹੈ। ਇਹ ਕੋੜੀ ਦਾ ਨਾਮ ਪ੍ਰੇਮੀ ਮਹਾਂਪੁਰਖ ਦੱਸਿਆ ਕਰਦੇ, ਪ੍ਰੇਮਾ ਕੋੜੀ। ਤੋ ਦੀਪਾਲਪੁਰ ਨਗਰ ਇਹਦਾ ਗੁਜਰਾਤ ਦੇ ਵਿੱਚ। ਇਸ ਪ੍ਰਕਾਰ ਉੱਥੇ ਦੀ ਵਾਰਤਾ ਦੱਸਿਆ ਕਰਦੇ ਕਿ ਭਾਈ ਜੀਉ ਤਪਤ ਹੈ ਬਾਰੋ। ਬਾਰ-ਬਾਰ ਕਹਿੰਦੇ ਜੀ ਤਪਦਾ ਦੁਖੀ ਹੁੰਦਾ ਹੈ। ਤਪ ਤਪ ਖਪੈ ਬਹੁਤ ਬੇਕਾਰ। ਤੇ ਤਪਦਾ ਹੈ, ਖਪਦਾ ਹੈ, ਬੇਕਾਰ। ਸੋ ਵਿਗਾੜ ਪੈਂਦਾ, ਇਸ ਤਰ੍ਹਾਂ ਦੁਖੀ ਹੁੰਦਾ ਹੈ। ਜੈ ਤਨ ਬਾਣੀ ਵਿਸਰ ਜਾਏ। ਹਜੂਰ ਕਹਿੰਦੇ ਨੇ ਜਿਸ ਸਰੀਰ ਨੂੰ ਪਰਮੇਸ਼ਵਰ ਦੀ ਬਾਣੀ ਭੁੱਲ ਜਾਵੇ, ਬਾਣੀ ਪੜ੍ਹੀ ਨਾ, ਜਿਉ ਪੱਕਾ ਰੋਗੀ ਵਿਲ ਲਾਏ। ਤੇ ਉਹ ਕਹਿੰਦੇ ਨੇ ਇਸ ਤਰ੍ਹਾਂ ਦਾ ਸਮਝੋ ਜਿਸ ਤਰ੍ਹਾਂ ਪੱਕਾ ਰੋਗ ਕਿਆ ਕਰਦੇ ਕੋੜ ਨੂੰ
ਅੱਜ ਦਾ ਕੋਹੜੀ ਰੋਗ ਜਿੱਦਾਂ ਬਿਰਲਾਪ ਕਰਦਾ, ਇਉਂ ਕਹਿੰਦੇ ਦੁਖੀ ਹੋ ਕੇ ਬਿਰਲਾਪ ਕਰਦਾ ਹੈ ਜਿਹੜਾ ਬਾਣੀ ਭੁਲਾ ਦਿੰਦਾ ਹੈ, ਨਹੀਂ ਬਾਣੀ ਯਾਦ ਕਰਦਾ। ਬਹੁਤਾ ਬੋਲਣ ਝਖਣ ਹੋਏ, ਤੇ ਮਹਾਰਾਜ ਕਹਿੰਦੇ ਜਿਹੜਾ ਬਹੁਤਾ ਬੋਲੀ ਜਾਣਾ ਉਹ ਵੀ ਝਖਾ ਹੀ ਮਾਰਨੀਆਂ ਹੁੰਦੀਆਂ। ਬਿਨ ਬੋਲੇ ਜਾਣੇ ਸਭ ਸੋਏ, ਤੇ ਬਿਨ ਬੋਲਿਆ ਸਭ ਕੁਝ ਜਾਣਦਾ, ਵਾਹਿਗੁਰੂ ਸਭ ਕੁਝ ਜਾਣਦਾ ਹੈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਜਿਨ ਕੰਨ ਕੀਤੇ ਅੱਖੀ ਨਾਕ, ਜਿਸ ਮਾਲਿਕ ਵਾਹਿਗੁਰੂ ਪਰਮੇਸ਼ਵਰ ਨੇ ਸਾਨੂੰ ਕੰਨ ਦਿੱਤੇ ਨੇ ਦੂਰ ਸੁਣਨ ਵਾਸਤੇ, ਅੱਖਾਂ ਦੂਰ ਦੇਖਣ ਵਾਸਤੇ, ਸੋ ਅੱਖੀ ਨਾਕ ਨੱਕ ਦਿੱਤਾ ਹੈ ਸੁੰਘਣ ਸੁੰਘਦੀ ਵਾਸਤੇ। ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਸ ਮਾਲਿਕ ਨੇ ਸਾਨੂੰ ਜ਼ੁਬਾਨ ਦਿੱਤੀ ਹੈ ਇਸ ਪ੍ਰਕਾਰ ਛੇਤੀ ਛੇਤੀ ਬੋਲਣ ਵਾਸਤੇ, ਸੋ ਇਸ ਪਰ ਜਿਸ ਕਰਕੇ ਬੰਦਾ ਤਾਤ ਜਿਸ ਕਰਕੇ ਬੋਲਦਾ ਹੈ। ਜਿਨ ਮਨ ਰਾਖਿਆ ਅਗਨੀ ਪਾਏ, ਜਿਸ ਮਾਲਿਕ ਨੇ ਇਸ ਸਰੀਰ ਵਿੱਚ ਜਠਰਾਗਨ ਪਾਈ ਹੈ ਭੋਜਨ ਨੂੰ ਹਜਮ ਕਰਨ ਵਾਸਤੇ, ਇਹਦੇ ਵਿੱਚ ਮਨ ਰੱਖਿਆ ਹੋਇਆ ਹੈ। ਵਾਜੈ ਪਵਨ ਆਖੇ ਸਭ ਜਾਏ, ਇਸ ਪ੍ਰਕਾਰ ਵਾਜੈ ਪਵਨ ਆਖੈ ਸਭ ਜਾਏ। ਜਦੋਂ ਕਹਿੰਦੇ ਨੇ ਪ੍ਰਸੂਤਾ ਪਾਉਣ ਪ੍ਰਗਟ ਹੁੰਦੀ ਹੈ ਮਾਤਾ ਦੇ ਸਰੀਰ ਵਿੱਚ, ਤਾਂ ਕਹਿੰਦੇ ਬੱਚੇ ਦਾ ਜਨਮ ਹੋ, ਸਾਰੇ ਕਹਿੰਦੇ ਨੇ ਜਾਏ ਬੱਚੇ ਦਾ ਜਨਮ ਹੋ ਗਿਆ। ਜੇਤਾ ਮੋਹ ਪ੍ਰੀਤ ਸਵਾਦ, ਜਿਤਨਾ ਕਹਿੰਦੇ ਨੇ ਮੋਹ ਕਰਕੇ ਪ੍ਰੀਤ ਕਰਕੇ ਸੰਸਾਰਕ ਸਵਾਦਾਂ ਵਿੱਚ ਜੀਵ ਪੈਂਦਾ ਹੈ। ਸਭਾ ਕਾਲਖ ਦਾਗਾ ਦਾਗ, ਇਹ ਕਹਿੰਦੇ ਨੇ ਭਾਈ ਦਾਗ ਤੋ ਕਾਲਖ ਪਾਪਾਂ ਦੀ ਕਾਲਖ ਲਾਉਂਦਾ ਬੰਦਾ, ਮੋਹ ਮਮਤਾ ਚ ਪੈ ਕਰਕੇ ਦਾਗ ਕਲੰਕ ਲਾਉਂਦਾ ਜੀਵਨ ਦੇ ਵਿੱਚ ਆਪਣੇ। ਦਾਗ ਦੋਸ ਮੋਹਿ ਚੱਲਿਆ ਲਾਏ, ਇਹ ਮੋਹ ਚ ਪੈ ਕੇ ਆਪਣੇ ਮੂੰਹ ਦੇ ਉੱਤੇ ਦਾਗ ਤੇ ਦੋਸ਼ ਕਲੰਕ ਤੇ ਪਾਪ ਲਾ ਕਰਕੇ ਦੁਨੀਆ ਤੋਂ ਜਾਂਦਾ ਹੈ। ਦਰਗਹ ਬੈਸਣ ਨਾਹੀ ਜਾਏ, ਪਰਮੇਸ਼ਵਰ ਦੀ ਦਰਗਾਹ ਵਿੱਚ ਫਿਰ ਬੈਠਣ ਨੂੰ ਥਾਂ ਵੀ ਨਹੀਂ ਮਿਲਦੀ ਹੈ ਉੱਥੇ, ਇਹੋ ਜਿਹੇ ਪਾਪੀਆਂ ਦੇ ਤਾਈਂ। ਕਰਮ ਮਿਲੈ ਆਖਣ ਤੇਰਾ ਨਾਉ, ਇਉਂ ਸਤਿਗੁਰੂ ਜੀ ਕਿਰਪਾ ਕੀਤੀ ਹੈ। ਹੁਣ ਬਖਸ਼ਿਸ਼ ਦੇ ਘਰ ਆਉਂਦੇ ਨੇ, ਮਾਲਕ ਵਾਹਿਗੁਰੂ ਦੇ ਸਨਮੁਖ ਬਿਰਤੀ ਕਰਕੇ, ਹੇ ਮੇਰੇ ਮਾਲਕ ਵਾਹਿਗੁਰੂ ਜੀ ਕਰਮ ਮਿਲ, ਤੇਰੀ ਬਖਸ਼ਿਸ਼ ਹੋਵੇ ਤਾਂ ਤੇਰਾ ਨਾਮ ਆਖਣਾ ਮਿਲਦਾ ਹੈ, ਤੇਰੀ ਮਿਹਰ ਦੇ ਨਾਲ ਹੀ ਨਾਮ ਸਿਮਰਨ ਹੁੰਦਾ ਹੈ। ਜਿਤ ਲਗ ਤਰਣਾ ਹੋਰ ਨਹੀਂ ਥਾਉ, ਜਿਸ ਨਾਮ ਦੇ ਨਾਲ ਲੱਗ ਕਰਕੇ ਤਰਨਾ ਹੁੰਦਾ ਹੈ, ਹੋਰ ਕੋਈ ਥਾਂ ਨਹੀਂ ਹੈ ਭਵਜੋ ਤੋਂ ਤਰਨ ਦਾ। ਜੇ ਕੋ ਡੂਬੈ ਫਿਰ ਹੋਵੇ ਸਾਰ, ਜੇ ਕੋਈ ਡੁੱਬਦਾ ਹੋਵੇ ਤੇ ਰੌਲਾ ਪਾਊਗਾ ਤਾਂ ਹੀ ਸੰਭਾਲ ਹੋਊਗੀ ਨਾ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਜਿਹੜਾ ਇਸ ਪ੍ਰਕਾਰ ਡੁੱਬਦਾ ਹੈ ਤੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨ ਲਵੇ ਤਾਂ ਕਹਿੰਦੇ ਉਹਦੀ ਹੀ ਸਾਰ ਸੰਭਾਲ ਹੁੰਦੀ ਹੈ। ਨਾਨਕ ਸਾਚਾ ਸਰਬ ਦਾਤਾਰ, ਸਾਹਿਬ ਗੁਰੂ ਨਾਨਕ ਸਾਹਿਬ ਕਹਿੰਦੇ ਸੱਚਾ ਵਾਹਿਗੁਰੂ ਦਾਤਾ ਹੈ, ਹਮੇਸ਼ਾ ਹੀ ਦਾਤਾ ਬਖਸ਼ਿਸ਼ ਕਰਦਾ ਹੈ। ਚੌਪਈ ਸ੍ਰੀ ਗੁਰ ਸਰਬ ਸ਼ਬਦ ਮੁਖ ਭਾਨਾ, ਸਤਿਗੁਰਾਂ ਨੇ ਇਹ ਪੂਰਾ ਸ਼ਬਦ ਮੁਖ ਤੋਂ ਉਚਾਰਨ ਕੀਤਾ ਹੈ। ਤੂਸਨ ਕਰ ਕੁਸ਼ਟੀ ਨ ਸੁਨਾ, ਤੇ ਚੁੱਪ ਕਰਕੇ ਕੋਹੜੀ ਨੇ ਪ੍ਰੇਮ ਨਾਲ ਇਹ ਸ਼ਬਦ ਸੁਣਿਆ ਹੈ। ਭਈ ਦੇਹ ਤਤਕਾਲ ਅਰੋਗੰ, ਧੰਨ ਮੇਰੇ ਸਤਿਗੁਰੂ ਦੀ ਬਖਸ਼ਿਸ਼ ਹੋਈ। ਸਾਧ ਸੰਗ ਦੇਖੋ ਸ਼ਬਦ ਦੀ ਤਾਕਤ, ਸਰੀਰ ਗਲਿਆ ਹੋਇਆ ਸੀ, ਪਾਕ ਵਗਦੀ ਬੋ ਆਉਂਦੀ ਹੈ। ਮੇਰੇ ਸਤਿਗੁਰੂ ਨੇ ਇਹ ਸ਼ਬਦ ਸੁਣਾਇਆ ਹੈ ਗੁਰੂ ਨਾਨਕ ਸਾਹਿਬ ਨੇ, ਐਸੀ ਸ਼ਬਦ ਦੀ ਬਰਕਤ ਹੈ ਉਹਦਾ ਸਰੀਰ ਉਸੇ ਵੇਲੇ ਸਾਰਾ ਤੰਦਰੁਸਤ ਹੋਇਆ, ਕੋੜ ਸਾਰਾ ਮਿਟ ਗਿਆ। ਇਹ ਮੇਰੇ ਸਤਿਗੁਰਾਂ ਦੀ ਬਾਣੀ ਵਿੱਚ ਤਾਕਤ ਹੈ। ਪਰ ਜੇ ਅਗਰ ਸਾਡਾ ਮਨ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸਾਡਾ ਭਰੋਸਾ ਹੋਵੇ ਤੇ ਐਸਾ ਹੀ ਅਸਰ ਬਾਣੀ ਰੱਖਦੀ ਹੈ। ਬਿਨਸ ਗਏ ਮਨ ਕੇ ਸਭ ਸੋਗੰ, ਇਹਦੇ ਮਨ ਦੇ ਸੋਗ ਚਿੰਤਾ ਸਭ ਉਸ ਵੇਲੇ ਬਿਨਸ ਦੂਰ ਹੋ ਗਏ। ਨਿਰਮਲ ਭਈ ਮਨੀਖਾ ਤਬ ਹੀ, ਤਾਂ ਭਾਈ ਜਿਸ ਵੇਲੇ ਸਰੀਰ ਸ਼ੁੱਧ ਹੋ ਗਿਆ ਇਹਦੀ ਬੁੱਧੀ ਵੀ ਨਿਰਮਲ ਹੋ ਗਈ ਸ਼ਬਦ ਨੂੰ ਸੁਣ ਕਰਕੇ। ਮਨ ਮਲੀਨਤਾ ਨਾਸੀ ਸਭ ਹੀ, ਜੋ ਮਨ ਦੀ ਮਲੀਨਤਾ ਮੈਲ ਸੀ ਸਾਰੀ ਹੀ ਦੂਰ ਹੋ ਗਈ। ਭਈ ਭੋਰ ਪਾਹੁਲ ਪਗ ਲੀਨੀ, ਸਵੇਰ ਹੋਈ ਹੈ ਤੇ ਗੁਰੂ ਦੇ ਚਰਨ ਪਕੜੇ ਤੇ ਮਹਾਰਾਜ ਦਾ ਅੰਮ੍ਰਿਤ ਛਕਿਆ ਇਸ ਨੇ, ਚਰਨ ਪਹੁਲ ਮਹਾਰਾਜ ਨੇ ਛਕਾਈ ਇਸ ਨੂੰ। ਹਿਰਦੇ ਜਾਗੀ ਭਗਤ ਨਵੀਨੀ, ਇਹਦੇ ਹਿਰਦੇ ਦੇ ਵਿੱਚ ਨਵੀਂ ਹੀ ਭਗਤੀ ਜਿਹੜੀ ਆ ਜਾਗ ਪਈ ਹੈ। ਪ੍ਰਗਟੀ ਨਗਰ ਵਿਖੇ ਸੁਧ ਸੋਊ, ਲੋ ਸਵੇਰ ਨੂੰ ਜਿਸ ਵੇਲੇ ਸਾਰੀ ਨਗਰੀ ਵਿੱਚ ਪਤਾ ਲੱਗ ਗਿਆ ਲੋਕਾਂ ਨੂੰ, ਉਹ ਪ੍ਰੇਮਾ ਕੋਹੜੀ ਜਿਹੜਾ ਸੀ ਉਹ ਰਾਤੀ ਸੰਤ ਨੂੰ ਅਸੀਂ ਧੱਕੇ ਮਾਰਦੇ ਸੀ, ਉਹ ਤਾਂ ਕਹਿੰਦੇ ਉਹਨੇ ਰਾਜੀ ਕਰ ਦਿੱਤਾ ਤੇ ਉਹ ਤੇ ਨਿਹਾਲ ਹੋ ਗਿਆ। ਲੋਕਾਂ ਨੂੰ ਪਤਾ ਲੱਗਾ ਤੇ ਫਿਰ ਉਹਨਾਂ ਨੇ ਸ਼ਰਧਾ ਕੀਤੀ। ਵਿਖਨ ਦਰਸ ਆਏ ਸਭ ਕੋ, ਦਰਸ਼ਨ ਕਰਨ ਵਾਸਤੇ। ਇਹ ਕਿੱਦਾਂ ਹੋ ਗਿਆ ਜੀ? ਕੋਹੜ ਤਾਂ ਹੁਣ ਤਾਂ ਇਲਾਜ ਨਿਕਲ ਆਏ ਨੇ ਤੇ ਇਹ ਪੁਰਾਣੇ ਸਮੇਂ 'ਚ ਇਹੋ ਹੁੰਦਾ ਵੀ ਜਿਸ ਕੁਲ ਦੇ ਵਿੱਚ ਕਿਸੇ ਨੂੰ ਕੋਹੜ ਹੋ ਜਾਏ, ਕਹਿੰਦੇ ਉਸ ਕੁਲ ਵਿੱਚੋਂ ਕੋਹੜ ਨਹੀਂ ਜਾਂਦਾ, ਉਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਕੋਹੜੀ ਕੋਈ ਨਾ ਕੋਈ ਹੋਵੇਗਾ ਹੀ। ਐਸਾ ਸੀ, ਇਸ ਵਾਸਤੇ ਜਿਉਂਦੇ ਹੀ ਕੋਹੜੀਆਂ ਨੂੰ ਜਾ ਕਰਕੇ ਦਰਿਆ ਬੁਰਦਾ ਕਰ ਦਿੰਦੇ ਹੁੰਦੇ ਸੀ, ਇਸ ਤਰ੍ਹਾਂ ਡਰਦੇ ਮਾਰੇ ਵੀ ਸਾਡੀ ਕੁਲ 'ਚ ਕੋਹੜ ਚਲਾ ਜਾਏ। ਇਸ ਤਰੀਕੇ ਦੇ ਨਾਲ
ਤੋ ਜਿਸ ਨੇ ਦੇਖਿਆ ਵੀ ਕੋਹੜ ਹਟ ਗਿਆ ਤਾਂ ਬੜੀ ਲੋਕਾਂ ਨੂੰ ਸ਼ਰਧਾ ਹੋ ਗਈ, ਕਹਿੰਦੇ ਦੇਖੀਏ ਤਾਂ ਸਹੀ ਚੱਲ ਕੇ। ਆਨ ਉਪਾਇਨ ਧਰੇ ਅਗਾਰੀ। ਸਤਿਗੁਰੂ ਦੇ ਚਰਨਾਂ ਵਿੱਚ ਲਿਆ ਕਰਕੇ ਭੇਟਾ ਰੱਖਦੇ ਹਨ। ਸੰਤੋਹ ਬਖਸ਼ੋ ਭੂਲ ਹਮਾਰੀ। ਹੁਣ ਕਹਿੰਦੇ ਨੇ ਸਾਰੇ ਭੁੱਲਾਂ ਬਖਸ਼ਾਉਂਦੇ ਨੇ, ਮਹਾਰਾਜ ਅਸੀਂ ਭੁੱਲ ਕੀਤੀ, ਤੁਹਾਨੂੰ ਜਾਣਿਆ ਨਹੀਂ, ਅਸੀਂ ਤੁਹਾਡੀ ਬੇਅਦਬੀ ਕਰੀ ਸੀ, ਬੁਰਾ ਬੋਲੇ ਸੀ, ਸਾਨੂੰ ਮਾਫ ਕਰ ਦਿਓ। ਸੇਵਕ ਕਰੀਏ ਸਰਨ ਤੁਮਾਰੀ। ਤੁਹਾਡੀ ਸ਼ਰਨ ਸਾਨੂੰ ਆਪਣੇ ਸਿੱਖ ਬਣਾਓ, ਮਹਾਰਾਜ ਕਿਰਪਾ ਕਰੋ। ਦਰਸ ਅਮੋਗੰ ਪਰਉਪਕਾਰੀ। ਤੁਹਾਡੇ ਦਰਸ਼ਨ ਅਮੋਘ ਭਾਵ ਸਫਲ ਦਰਸ਼ਨ ਹਨ, ਤੁਸੀਂ ਪਰਉਪਕਾਰੀ ਹੋ ਸਤਿਗੁਰੂ ਜੀ। ਸੁਨ ਕਰ ਤਿਨ ਕੀ ਬਿਨੈ ਵਿਸਾਲਾ। ਮੇਰੇ ਸਤਿਗੁਰੂ ਜੀ ਨੇ ਭਾਰੀ ਪ੍ਰੇਮ ਵਾਲੀ ਇਹਨਾਂ ਦੀ ਬੇਨਤੀ ਸੁਣੀ ਜਦੋਂ। ਸਭ ਕੋ ਪਾਹੁਲ ਦੇ ਤਤਕਾਲ। ਦਿਆਲੂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸਭਨਾਂ ਨੂੰ ਮਹਾਰਾਜ ਨੇ ਅੰਮ੍ਰਿਤ ਛਕਾਇਆ, ਚਰਨ ਪਹੁਲ ਛਕਾਈ ਹੈ। ਸਤਨਾਮ ਕੋ ਜਾਪ ਸੁਨਾਇਓ। ਤੇ ਸਭਨਾਂ ਨੂੰ ਸੁਣਾਇਆ ਪਰਮੇਸ਼ਵਰ ਦਾ ਸਤਨਾਮ, ਸ੍ਰੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰੋ। ਕਰਨੋ ਨਿਤ ਸਤ ਸੰਗ ਬਤਾਇਓ। ਹੁਕਮ ਕੀਤਾ ਭਈ ਨਿਤ ਪ੍ਰਤੀ ਰੋਜ਼ਾਨਾ ਸਤ ਸੰਗਤ ਕਰਿਆ ਕਰੋ। ਬਹੁਰੋ ਕੀਨੋ ਗਮਨ ਅਗਾਰੀ। ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਉੱਥੋਂ ਅੱਗੇ ਚੱਲੇ ਹਨ। ਤਿਨ ਚਰਨਨ ਪਰ ਕਬ ਬਲਿਹਾਰੀ। ਕਵੀ ਜੀ ਐਸੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੋਂ ਬਲਹਾਰ ਜਾਂਦੇ ਹਨ। ਦੋਹਰਾ ਨਾਮ ਬਿਖੇ ਜਿਨ ਲਿਵ ਲੱਗੀ। ਤੋਂ ਮੰਗਲਾ ਚਰਨ ਕਰਦੇ ਨੇ ਗੁਰਸਿੱਖ ਜੀਵਨ ਵਾਲਿਆਂ ਦਾ। ਅਗਲਾ ਪ੍ਰਸੰਗ ਸ਼ੁਰੂ ਕਰਨ ਵਾਸਤੇ ਕਹਿੰਦੇ ਜਿਨ੍ਹਾਂ ਦੀ ਪਰਮੇਸ਼ਰ ਦੇ ਨਾਮ ਵਿੱਚ ਲਿਵ ਲੱਗ ਗਈ ਹੈ, ਮਹਾਰਾਜ ਦੇ ਪਿਆਰਿਆਂ ਦੀ। ਹਉਮੈ ਸਰਬ ਨਸਾਏ। ਤੇ ਮਹਾਰਾਜ ਦੇ ਚਰਨਾਂ ਵਿੱਚ ਨਾਮ ਦਾ ਸਿਮਰਨ ਕਰਦਿਆਂ ਲਿਵ ਲੱਗ ਗਏ ਤੇ ਸਾਰੀ ਹਉਮੈ ਹੰਕਾਰ ਨਿਵਰਤ ਕਰ ਲਿਆ ਜਿਹਨਾਂ ਨੇ ਆਪਣਾ। ਤਿਨ ਸੰਤਨ ਬੰਦੋਂ ਚਰਨ। ਇਹੋ ਜਿਹੇ ਸੰਤਾਂ ਗੁਰਸਿੱਖਾਂ ਦੇ ਚਰਨਾਂ ਤੇ ਕਵੀ ਜੀ ਕਹਿੰਦੇ ਮੈਂ ਨਮਸਕਾਰ ਕਰਦਾ ਹਾਂ। ਉਚਰੋਂ ਕਥਾ ਬਨਾਏ। ਸੋਹਣੀ ਸੁੰਦਰ ਸਤਿਗੁਰਾਂ ਦੀ ਕਥਾ ਬਣਾ ਕੇ ਸਵਾਰ ਕੇ ਮੈਂ ਉਚਾਰਨ ਕਰਦਾ ਹਾਂ, ਸੁਣੋ। ਸ੍ਰੀ ਬਾਲਾ ਸੰਦਰ ਬਾਚ। ਬਾਲਾ ਜੀ ਸੰਧੂ ਗੋਤ ਵਾਲੇ ਕਥਨ ਕਰਦੇ ਹਨ। ਚਉਪਈ ਕਹਿ ਬਾਲਾ ਸ੍ਰੀ ਅੰਗਦ ਸੁਨੀਏ। ਬਾਲਾ ਜੀ ਕਹਿੰਦੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸਰਵਣ ਕਰੋ। ਰੁਚਰ ਕਥਾ ਗੁਣ ਗਨ ਜੁਤ ਗੁਨੀਏ। ਵਿਚਾਰ ਕਰ ਲੋ, ਸਤਿਗੁਰਾਂ ਦੀ ਬੜੀ ਸੁੰਦਰ ਕਥਾ ਹੈ, ਬਹੁਤ ਗੁਣਾਂ ਦੇ ਦੇਣ ਵਾਲੀ ਹੈ। ਮਾਰਗ ਚੱਲੇ ਜਾਹੇ ਗਤ ਦਾਈ। ਮੁਕਤੀ ਦੇ ਦਾਤਾ ਸਤਿਗੁਰੂ ਨਾਨਕ ਸਾਹਿਬ ਰਸਤੇ ਵਿੱਚ ਤੁਰੇ ਜਾਂਦੇ ਹਨ। ਗੋਬਿੰਦ ਲੋਕ ਮਿਲੇ ਕਛ ਆਈ। ਕੁਛ ਗੋਬਿੰਦ ਲੋਕ ਆਣ, ਗੋਬਿੰਦ ਲੋਕ ਕਹੀਦਾ ਸੰਤ ਲੋਕ ਤਥਾ ਜਿੱਦਾਂ ਇਹ ਗੋਰਖ ਆਦਿਕ ਚੇਲੇ ਸਨ, ਸੋ ਇਹੋ ਜਿਹੇ ਸਿੱਧ ਲੋਕ ਸੰਤ ਲੋਕ ਮਿਲੇ ਹਨ। ਸਭਨ ਪਦਨ ਪਰ ਬੰਧਨ ਠਾਨੀ। ਸਭਨਾਂ ਨੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਬੈਠ ਗਏ ਉਚਰੀ ਮੁਖ ਬਾਣੀ। ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਗਏ ਹਨ ਤੇ ਬਚਨ ਕੀਤੇ ਸਤਿਗੁਰਾਂ ਨਾਲ। ਰਾਵਰ ਸੋ ਜਸ ਸੁਨਾ ਸਭ ਥਾਈ। ਗਰੀਬ ਨਵਾਜ ਪਾਤਸ਼ਾਹ ਸੀ, ਜਿੱਥੇ ਵੀ ਵਿਚਰੇ ਹਾਂ ਤੁਹਾਡਾ ਜਸ ਬਹੁਤ ਸੁਣਿਆ ਗੁਰੂ ਨਾਨਕ ਸਾਹਿਬ ਜੀ ਅਸਾਂ। ਕੀਰਤ ਪਰਸ ਪਸਰ ਰਹੀ ਅਦਕਾਈ। ਤੁਹਾਡੀ ਮਹਰ ਕੀਰਤੀ ਜਸ ਜਿਹੜਾ ਬਹੁਤ ਫੈਲਿਆ ਹੋਇਆ ਸਭ ਥਾਵਾਂ ਤੇ। ਚਹਿਤ ਮਿਲਾਪ ਬਿਤਿਓ ਤਿਹ ਤਿਤ ਕਾਲਾ। ਗਰੀਬ ਨਵਾਜ ਬਹੁਤ ਸਮੇਂ ਤੋਂ ਲੋੜਦੇ ਸੀ ਤੁਹਾਡਾ ਦਰਸ਼ਨ ਕਰਨਾ, ਸੋ ਬਹੁਤਾ ਸਮਾਂ ਗੁਜ਼ਰ ਗਿਆ ਹੈ, ਹੁਣ ਤੁਹਾਡੇ ਦਰਸ਼ਨ ਹੋਏ ਹਨ। ਅਕਸ ਮਾਤਰ ਅਬ ਮਿਲੇ ਕਿਰਪਾਲਾ। ਹੁਣ ਅਚਨਚੇਤ ਹੀ ਮਹਾਰਾਜ ਕਿਰਪਾਲੂ ਦਾਤਾਰ ਤੁਹਾਡੇ ਦਰਸ਼ਨ ਹੋ ਗਏ ਹਨ ਜੀ, ਕਿਰਪਾ ਹੋਈ ਹੈ। ਕਰਨ ਸੰਭਾਖਣ ਰਾਵਰ ਸਾਥਾ। ਆਪ ਜੀ ਦੇ ਨਾਲ ਸੰਭਾਖਣ ਬਚਨ ਬਲਾਸ ਜੋ ਕਰਨਾ ਹੈ। ਬੂਝਨ ਚਾਹੇ ਪ੍ਰਭੂ ਕੀ ਗਾਥਾ। ਅਸੀਂ ਰੱਬ ਦੀ ਕੁਝ ਗੱਲ ਪੁੱਛਣੀ ਚਾਹੁੰਦੇ ਹਾਂ, ਸੰਤ ਮਹਾਤਮਾ ਸੰਤ ਮਿਲਿਆ ਕੁਝ ਸੁਣੀਏ ਕਹੀਏ। ਤੋ ਕਹਿੰਦੇ ਮਹਾਰਾਜ ਕੁਝ ਬਚਨ ਅਸੀਂ ਪੁੱਛਣਾ ਹੈ, ਜੀ ਕਿਰਪਾ ਕਰੋ। ਜੇ ਆਇਸ ਤੁਮ ਦੇਹੋ ਗੁਸਾਈ। ਇਹ ਸਵਾਮੀ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤਾਂ ਅਸੀਂ ਬੇਨਤੀ ਕਰੀਏ। ਕਰਹਿ ਆਪਣੋ ਪ੍ਰਸ਼ਨ ਬਨਾਈ। ਤੋ ਬਣਾ ਕਰਕੇ ਸਵਾਰ ਕੇ ਅਸੀਂ ਆਪਣਾ ਸਵਾਲ ਆਪ ਜੀ ਨੂੰ ਬੇਨਤੀ ਕਰਦੇ ਹਾਂ। ਸੁਨ ਕਰ ਸ੍ਰੀ ਗੁਰ ਗਿਰਾ ਉਚਾਰੀ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਹਨ, ਕਹਿੰਦੇ ਹਨ। ਤੁਮ ਬੂਝਨ ਪਰ ਹਉ ਬਲਿਹਾਰੀ। ਭਾਈ ਸੰਤੋ ਜੀ ਤੁਹਾਡੇ ਪ੍ਰਸ਼ਨ ਪੁੱਛਣ ਤੋਂ ਅਸੀਂ ਤਾਂ ਕੁਰਬਾਨ ਜਾਂਦੇ ਹਾਂ ਕਿ ਤੁਸੀਂ ਕੋਈ ਰੱਬ ਦੀ ਗੱਲ ਪੁੱਛੋ। ਜਾਂ ਤੇ ਭਇਓ ਪ੍ਰੇਮ ਅਬ ਰਾਮੂ। ਇਸ ਵਾਸਤੇ ਬਹੁਤ ਹੀ ਸੁੰਦਰ ਪਿਆਰ ਹੋਇਆ ਤੁਹਾਡੇ ਨਾਲ, ਭਾਈ ਪੁੱਛੋ ਰੱਬ ਦੀ ਗੱਲ। ਹਰ ਚਰਚਾ ਭਗਤਨ ਕੋ ਕਾਮੂ। ਕਿਉਂਕਿ ਭਗਤਾਂ ਦਾ ਤਾਂ ਕਰਮ ਹੀ ਆ ਹਰੀ ਦੀ ਚਰਚਾ ਕਰਨੀ, ਰੱਬ ਦੀਆਂ ਵਿਚਾਰਾਂ ਕਰਨੀਆਂ। ਇਸ ਵਿਦ ਸਫਲੀ ਘੜੀ ਬਿਹਾਵ ਹੈ। ਕਹਿੰਦੇ ਇਸ ਤਰੀਕੇ ਦੇ ਨਾਲ ਰੱਬ ਦੀਆਂ ਗੱਲਾਂ ਬਾਤਾਂ ਕਰਦਿਆਂ ਸਫਲੀ ਘੜੀ ਗੁਜ਼ਰਦੀ ਹੈ। ਗਿਆਨ ਕਥਾ ਕੋ ਸੁਨਹਿ ਸੁਨਾਵ ਹੈ। ਤੋ ਪਰਮੇਸ਼ਵਰ ਦੇ ਗਿਆਨ ਦੀ ਕਥਾ ਨੂੰ ਕੋਈ ਸੁਣੇ ਤੇ ਕੋਈ ਸੁਣਾਵੇ, ਸਮਾਂ ਸਫਲ ਹੁੰਦਾ ਹੈ। ਦੋਹਰਾ ਸੰਤ ਕਹਿ ਕਰਤਾਰ ਜੋ। ਤੋ ਸੰਤਾਂ ਨੇ ਸਵਾਲ ਕੀਤਾ, ਕਹਿੰਦੇ ਨੇ ਵੀ ਜਿਹਨੂੰ ਕਰਤਾਰ ਤੁਸੀਂ ਕਹਿੰਦੇ ਆ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਬੋਲਾ ਸੀ ਕਰਤਾਰ ਕਰਤਾਰ। ਹੁਣ ਅਸੀਂ ਸਤਿ ਸ੍ਰੀ ਅਕਾਲ ਫਤਿਹ ਬੁਲਾਉਂਦੇ ਹਾਂ,
ਉਦੋਂ ਗੁਰੂ ਨਾਨਕ ਸਾਹਿਬ ਨੇ ਕਰਤਾਰ ਕਰਤਾਰ ਸਤ ਕਰਤਾਰ ਇਉਂ ਬੋਲਣਾ, ਇਉਂ ਮਿਲਾਪ ਜਦੋਂ ਤੋ ਕਰਤਾਰ ਦੀ ਗੱਲ ਰੱਬ ਦਾ ਨਾਮ ਗੁਰੂ ਨੇ ਰੱਖਿਆ ਸੀ। ਕਹਿੰਦੇ ਮਹਾਰਾਜ ਜੋ ਕਰਤਾਰ ਪਰਮੇਸ਼ਰ ਜੋ ਹੈ, ਕੈਸੇ ਤਾਹੇ ਬਨਾਏ। ਮਹਾਰਾਜ ਉਹ ਜਿਹੜਾ ਕਰਤਾਰ ਹੈ ਉਹਦੀ ਬਨਾਵਟ ਕਿਹੋ ਜਿਹੀ ਹੈ, ਰੱਬ ਕਿਹੋ ਜਿਹਾ? ਸੰਤਾਂ ਨੇ ਸਵਾਲ ਕੀਤਾ ਕਿ ਮਹਾਰਾਜ ਰੱਬ ਕਿਹੋ ਜਿਹਾ ਹੈ? ਰੂਪ ਰੰਗ ਜਸ ਚਿਹਨ ਹੈ। ਤੋ ਮਹਾਰਾਜ ਉਹੋ ਜਿਹਾ ਦਾ ਰੂਪ, ਉਹਦਾ ਰੰਗ, ਉਹਦੀਆਂ ਨਿਸ਼ਾਨੀਆਂ ਕਿਹੋ ਜਿਹੀਆਂ ਹਨ ਰੱਬ ਦੀਆਂ? ਸੋ ਤੁਮ ਦੇਹੋ ਸੁਨਾਏ। ਕਿਰਪਾ ਕਰਕੇ ਸਾਨੂੰ ਸੁਣਾ ਦਿਓ ਮਹਾਰਾਜ। ਚਉਪਈ ਸਭ ਪਰਮਾਨ ਬਤਾਵਹੁ ਤਿਹ ਕੋ। ਮਹਾਰਾਜ ਉਸ ਵਾਹਿਗੁਰੂ ਪਰਮੇਸ਼ਵਰ ਦੇ ਪ੍ਰਮਾਣ ਜਿਹੜੇ ਨੇ ਸਾਨੂੰ ਸਾਰੇ ਦੱਸੋ ਜੀ। ਸੁਰ ਨਰ ਖੋਜਤ ਫਿਰਹਿ ਜਿਹ ਕੋ। ਜਿਸ ਨੂੰ ਦੇਵਤੇ ਵੀ ਮਨੁੱਖ ਵੀ ਸਾਰੇ ਲੱਭਦੇ ਫਿਰਦੇ ਨੇ, ਅਸੀਂ ਵੀ ਲੱਭਦੇ ਫਿਰਦੇ ਆ। ਖੋਜਤ ਸੰਤ ਫਿਰੇ ਪ੍ਰਾਣ ਆਧਾਰੇ ਰਾਮ। ਇਸ ਵਾਸਤੇ ਮਹਾਰਾਜ ਸਾਨੂੰ ਉਹਦੀਆਂ ਨਿਸ਼ਾਨੀਆਂ ਦੱਸੋ ਜੀ। ਕਿਸ ਪ੍ਰਕਾਰ ਸੋ ਉਤਪਤ ਭਇਓ। ਤੋ ਪਰਮੇਸ਼ਵਰ ਪੈਦਾ ਕਿੱਦਾਂ ਹੋਇਆ ਹੈ? ਕਿਦੋਂ ਆਪ ਹੀ ਤੇ ਬਨ ਗਇਓ। ਤੇ ਜਾਂ ਉਹ ਆਪਣੇ ਆਪ ਹੀ ਬਣ ਗਿਆ ਹੈ ਕਰਤਾਰ ਜੋ ਹੈ, ਕੈਸਾ ਹੈ? ਤੁਮ ਹੋ ਮਿਲੇ ਭੇਵ ਸਭ ਜਾਣੋ। ਕਿਉਂਕਿ ਤੁਸੀਂ ਉਸ ਪਰਮੇਸ਼ਵਰ ਨੂੰ ਮਿਲੇ ਹੋਏ ਹੋ, ਸਾਰਾ ਭੇਦ ਤੁਸੀਂ ਜਾਣਦੇ ਹੋ ਪਰਮੇਸ਼ਵਰ ਦਾ, ਕਰਤਾਰ ਦਾ। ਪਰਾ ਉਰਾ ਲਖ ਲਿਖਿਅਤ ਪਛਾਨਹੁ। ਅਸੀਂ ਜਾਣਦੇ ਹਾਂ, ਲਖੀਅਤ ਤੁਸੀਂ ਜਾਣਦੇ ਹੋ। ਪਰਾ ਉਰਾ ਪਰਮੇਸ਼ਵਰ ਦਾ ਜਨਮ, ਉਸ ਦਾ ਅੰਤ ਤੁਹਾਨੂੰ ਸਾਰਾ ਗਿਆਨ ਹੈ। ਸੁਨ ਗੁਣ ਖਾਨੀ ਉਚਰੀ ਬਾਨੀ। ਸਾਨੂੰ ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰੇ ਕਹਿੰਦੇ ਹਨ। ਆਹੋ ਸੰਤ ਤਿਹ ਅੰਤ ਨ ਜਾਨੀ। ਮਹਾਰਾਜ ਕਹਿੰਦੇ ਹੇ ਸੰਤੋ ਜੀ, ਉਸ ਵਾਹਿਗੁਰੂ ਜੀ ਦਾ ਅੰਤ ਜਾਣਿਆ ਨਹੀਂ ਜਾਂਦਾ, ਬੇਅੰਤੀ ਬੇਅੰਤ ਹੈ। ਕਹਿਨ ਬੇਅੰਤ ਅੰਤ ਇਹ ਆਹੀ। ਜਿਹੜਾ ਉਸ ਨੂੰ ਬੇਅੰਤ ਕਹਿਣਾ ਬਸ ਇਹੀ ਉਹਦਾ ਅੰਤ ਹੈ। ਇਹੋ ਅੰਤ ਨਾ ਜਾਣੈ ਕੋਈ। ਮੈਂ ਜਿਹੜਾ ਕਹਿ ਦੇਣਾ ਉਹਦਾ ਕੋਈ ਅੰਤ ਨਹੀਂ, ਇਹੋ ਹੀ ਉਹਦਾ ਅੰਤ ਹੈ, ਹੋਰ ਕੋਈ ਸਿਰਾ ਨਹੀਂ ਹੈ। ਔਰ ਨ ਤਿਹ ਕੋ ਜਾਣਿਓ ਜਾਹੀ। ਹੋਰ ਕੋਈ ਵਾਹਿਗੁਰੂ ਜੀ ਦਾ ਜਿਹੜਾ ਨਾ ਕੋਈ ਸਿਰਾ ਅੰਤ ਜਿਹੜਾ ਉਹ ਜਾਣਿਆ ਨਹੀਂ ਜਾਂਦਾ ਹੈ ਜੀ। ਦਵਾਦਸ ਮਾਸ ਬਰਖ ਹੈ ਜੋਈ। ਕਹਿੰਦੇ ਵੀ ਜਿਹੜੇ ਦੁਆਦਸ 12 ਸਾਲ ਜਿਹੜੇ ਹਨ ਇਸ ਧਰਤੀ ਤੇ ਸਾਡੇ, ਨਿਸ ਦਿਨ ਏਕ ਸੁਰਨ ਕੋ ਸੋਈ। ਤੇ ਦੇਵਤਿਆਂ ਦਾ ਇੱਕ ਦਿਨ ਤੇ ਰਾਤ ਬਣਦਾ, ਭਾਵ 6 ਸਾਲ ਦਾ ਦਿਨ ਹੈ ਤੇ 6 ਸਾਲ ਦੀ ਰਾਤ ਹੈ। ਸੋ ਦੇਵਤਿਆਂ ਦੀ ਦਵੈ ਸਹੰਸਰ ਜੁਗ ਸੁਰ ਕੋ ਹੋਏ। ਜਦੋਂ ਉਹਨਾਂ ਦੇਵਤਿਆਂ ਦੇ ਇਸ ਤਰ੍ਹਾਂ ਦੇ ਨਾਲ ਸੋ ਦਵੈ ਸਹੰਸ 2000 ਸਾਲ ਜਦੋਂ ਗੁਜ਼ਰਦੇ ਆ, ਬ੍ਰਹਮੇ ਕੋ ਨਿਸ ਦਿਨ ਹੈ ਸੋਏ। ਉਹ ਭਾਈ ਬ੍ਰਹਮਾ ਦਾ ਇੱਕ ਦਿਨ ਤੇ ਰਾਤ ਬਣਦਾ ਹੈ। 1000 ਸਾਲ ਦਾ ਦਿਨ ਤੇ 1000 ਸਾਲ ਦੀ ਰਾਤ ਬਣਦੀ ਹੈ। ਅਸ ਨਿਸ ਦਿਨ ਕੇ ਸੰਮਤ ਸਤ ਹੈ। ਜਦੋਂ ਇਹੋ ਜਿਹੇ ਦਿਨ ਬਣਦੇ ਜਿਹੜੇ ਉਹਨਾਂ ਦਾ ਜਦੋਂ 100 ਸਾਲ ਬਣਦਾ ਹੈ, ਸੋ ਬ੍ਰਹਮੇ ਕੀ ਬੈਸ ਗਿਨਤ ਹੈ। ਤਾਂ ਵਿਚਾਰ ਕਰਦੇ ਨੇ ਕਿ ਬ੍ਰਹਮਾ ਜੀ ਦੀ ਐਡੀ ਵੱਡੀ ਉਮਰ ਹੈ। ਇਹ ਬਿਸ਼ਨ ਕੋ ਨਿਸ ਦਿਨ ਸੋਈ। ਤੇ ਬ੍ਰਹਮੇ ਦੀ 100 ਸਾਲ ਦੀ ਉਮਰ ਜਿਹੜੀ ਹੈ ਉਹ ਵਿਸ਼ਨੂੰ ਦਾ ਦਿਨ ਤੇ ਰਾਤ ਬਣਦਾ ਹੈ। ਬਰਖ ਸਹਸ ਅਸ ਜਬ ਤਿਹ ਹੋਈ। ਤੇ ਜਦੋਂ ਵਿਸ਼ਨੂੰ ਦਾ 100 ਸਾਲ ਇਦਾਂ ਬਣਦਾ ਹੈ ਤਾਂ ਤਬ ਤਨ ਤਜਨਹੁ ਬਿਸ਼ਨ ਪਰਮਾਨਹੁ। ਤਾਂ ਜਾਣ ਲਓ ਵਿਸ਼ਨੂੰ ਜੀ ਦਾ ਉਹਦੀ ਵੀ ਮੌਤ ਹੋ ਜਾਂਦੀ ਹੈ, ਭਾਵ ਕਾਲ ਦੇ ਵਿੱਚ ਹੀ ਆ ਉਹ। ਏਕ ਦਿਵਸ ਸਿਵ ਕੋ ਸੋ ਪਛਾਨਹੁ। ਫਿਰ ਸ਼ਿਵ ਜੀ ਦਾ ਇੱਕ ਦਿਨ ਪਛਾਣ ਲਓ, ਉਹਦੀ ਸਾਰੀ ਉਮਰ ਦਾ ਉਹਦਾ ਦਿਨ ਰਾਤ ਹੀ ਬਣਦਾ ਹੈ। ਐਸੇ ਹੋਏ ਬਰਖ ਸਤ ਜਬ ਹੀ। ਇਹੋ ਜਿਹਾ ਜਦੋਂ 100 ਸਾਲ ਗੁਜ਼ਰਦਾ ਹੈ ਨਾ ਸ਼ਿਵ ਜੀ ਦਾ, ਤਨ ਕੋ ਸ਼ੋਰ ਦੇਹ ਸ਼ਿਵ ਤਬ ਹੀ। ਤੇ ਸ਼ਿਵ ਜੀ ਵੀ ਛੱਡ ਜਾਂਦਾ ਹੁੰਦਾ ਹੈ। ਕਾਲ ਪਾਏ ਸ਼ਿਵ ਜੀ ਅਵਤਾਰਾ, ਕਾਲ ਪਰ ਕੇ ਕਾਲ ਦੇ ਵਿੱਚ ਹੀ ਆਇਆ, ਕਾਲ ਵਿੱਚ ਚਲਾ ਜਾਂਦਾ ਹੈ। ਇਤਨੋ ਕਾਲ ਬੀਤਿਓ ਜੋਈ। ਜਿਹੜਾ ਇਤਨਾ ਸਮਾਂ ਗੁਜ਼ਰਦਾ ਹੈ ਜਦੋਂ, ਏਕ ਨਿਮਖ ਮਾਇਆ ਕੀ ਸੋਈ। ਉਹ ਮਾਇਆ ਦੀ ਇੱਕ ਛਿਨ ਬਣਦੀ ਹੈ, ਪਰਮੇਸ਼ਵਰ ਦੀ ਮਾਇਆ। ਇਸ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਨੇ ਕਿਹਾ ਸੀ, ਇਸ ਪ੍ਰਕਾਰ ਨਾਰਦ ਨੂੰ ਮਮ ਮਾਇਆ ਦੁਰਤਿਆ, ਕਹਿੰਦੇ ਮੇਰੀ ਮਾਇਆ ਬੜੀ ਕਠਿਨ ਹੈ। ਕਹਿੰਦੇ ਮਾਇਆ ਦਾ ਸਿਰਫ ਇੱਕ ਛਿਨ ਹੀ ਬਣਦਾ। ਇਹ ਇੰਨਾ ਸਮਾਂ ਜਿਹੜਾ ਹੈ, ਇਹ ਗੱਲ ਸੋਚਣ ਵਾਲੀ, ਸਤ ਸੰਗ ਵਿਚਾਰਨ ਵਾਲੀ ਹੈ। ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕੀਤੀ ਹੈ, ਪੀਰ ਦਸਤਗੀਰ ਦੇ ਨਾਲ ਜਦੋਂ ਮਹਾਰਾਜ ਦਾ ਮਿਲਾਪ ਹੋਇਆ, ਤੇ ਜਿਸ ਵੇਲੇ ਤੋਂ ਮਹਾਰਾਜ ਨੇ ਲੱਖ ਪਤਾਲ ਲੱਖ ਆਕਾਸ਼ ਦੀ ਗੱਲ ਕੀਤੀ ਸੀ, ਤਾਂ ਉਸਨੇ ਕਿਹਾ ਮਹਾਰਾਜ ਵੀ ਸਾਨੂੰ ਕਿਸ ਤਰ੍ਹਾਂ ਭਰੋਸਾ ਆਵੇ। ਮਹਾਰਾਜ ਕਹਿੰਦੇ ਦੇਖ ਲਓ। ਤੇ ਉਸ ਵੇਲੇ ਨਾਲ ਲੀਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ। ਸਤਿਗੁਰੂ ਪਾਤਸ਼ਾਹ ਨੇ ਉਹ ਤਾਂ ਬੇਟੇ ਨੂੰ ਨਾਲ ਲਿਆ ਪੀਰ ਦੇ ਨੂੰ, ਤੇ ਅੱਖਾਂ ਬੰਦ ਕੀਤੀਆਂ, ਤੇ ਮਹਾਰਾਜ ਪਤਾਲ ਆਕਾਸ਼ ਦੇਖਣ ਵਾਸਤੇ ਜਦੋਂ ਗਏ ਨੇ, ਤੋਂ ਲੱਖਾਂ ਪਤਾਲ ਤੇ ਲੱਖਾਂ ਹੀ ਆਕਾਸ਼ ਵਿਖਾਏ। ਲੱਖ ਪਤਾਲ ਆਕਾਸ਼ ਲੱਖ, ਅੱਖ ਫੁਰਕ ਵਿੱਚ ਸਭ ਦੇਖ। ਉਹ ਜਿਹੜੀ ਅੱਖ ਫੁਰਕ ਹੈ ਨਾ, ਜਿਸ ਵੇਲੇ ਵਾਪਸ ਆਏ ਨੇ, ਤੇ ਜਿਹੜੇ ਪੀਰ ਦੇ ਕੋਲ
ਆਣ ਕੇ ਬੈਠੇ ਤੇ ਕਹਿੰਦੇ ਆ ਵੀ ਗਏ ਤੁਸੀਂ, ਹੁਣੇ ਤੇ ਗਏ ਸੀ। ਇਹ ਹੈ ਮਾਇਆ ਪਰਮੇਸ਼ਵਰ ਦੀ। ਜੇ ਇਸ ਤਰ੍ਹਾਂ ਦੇ ਨਾਲ ਅਸੀਂ ਸਮਝਾਂਗੇ ਸਮਝ ਆਊ, ਤੇ ਨਹੀਂ ਤੇ ਲੱਖਾਂ ਪਤਾਲ ਦੇਖੇ, ਲੱਖਾਂ ਆਕਾਸ਼ ਦੇਖੇ, ਤੇ ਕਿੰਨਾ ਸਮਾਂ ਗੁਜ਼ਰਨਾ ਸੀ ਤੇ ਉਹ ਬੁੱਢਾ ਬੈਠਾ ਹੀ ਰਿਹਾ ਇੰਨਾ ਚਿਰ। ਇਹ ਵਾਹਿਗੁਰੂ ਦੀ ਮਾਇਆ ਹੈ। ਕਹਿੰਦੇ ਮਾਇਆ ਦਾ ਛਿਨ ਗੁਜ਼ਰਦਾ, ਸ਼ਿਵ ਜੀ ਦੀ ਮੌਤ ਐਡਾ ਲੰਬਾ ਸਮਾਂ, ਮਾਇਆ ਇਹੋ ਜਿਹੀ ਵਾਹਿਗੁਰੂ ਪਰਮੇਸ਼ਵਰ ਦੀ ਸ਼ਕਤੀ ਹੈ। ਇਸ ਮਾਇਆ ਕੋ ਨਾਹੀ ਅੰਤ, ਇਸ ਮਾਇਆ ਦਾ ਕੋਈ ਅੰਤ ਨਹੀਂ ਹੈ ਭਾਈ, ਜਾਣ ਲਓ। ਤਿਹ ਪਤ ਕੋ ਕਹਿ ਬਰਤੰਤ, ਇਹੋ ਜਿਹੀ ਮਾਇਆ ਦਾ ਪਤੀ ਜੋ ਪਰਮੇਸ਼ਰ ਹੈ, ਕਹਿੰਦੇ ਉਹਦਾ ਕੀ ਪ੍ਰਸੰਗ ਤੁਹਾਨੂੰ ਦੱਸੀਏ। ਤੁਸੀਂ ਕਹਿੰਦੇ ਰੱਬ ਕਿਹੋ ਜਿਹਾ, ਉਹਦੀ ਤੇ ਮਾਇਆ ਦਾ ਹੀ ਅੰਤ ਨਹੀਂ ਹੈ। ਸੋ ਇਸ ਪ੍ਰਕਾਰ ਤੇ ਉਸ ਵਾਹਿਗੁਰੂ ਦਾ ਕਿਵੇਂ ਅਸੀਂ ਅੰਤ ਦੱਸੀਏ ਤੁਹਾਨੂੰ। ਅਸ ਕਹਿ ਸ੍ਰੀ ਗੁਰ ਪਰਮ ਉਦਾਰਾ, ਮਹਾਨ ਸ੍ਰੇਸ਼ਟ ਧੰਨ ਸਤਿਗੁਰੂ ਨਾਨਕ ਸਾਹਿਬ ਨੇ ਬਚਨ ਕਰਕੇ ਸ਼ਬਦ ਗੂਜਰੀ ਬਿਖੇ ਉਚਾਰਾ, ਗੂਜਰੀ ਰਾਗ ਦੇ ਵਿੱਚ ਧੰਨ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਨ ਕਰਕੇ ਬਖਸ਼ਿਸ਼ ਕੀਤੀ ਉਹਨਾਂ ਤੇ। ਗੂਜਰੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੂਜਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ। ਨਾਭ ਕਮਲ ਤੇ ਬ੍ਰਹਮਾ ਉਪਜੇ, ਹਜੂਰ ਕਹਿੰਦੇ ਨੇ ਦੇਖੋ, ਸੋ ਮਹਾ ਵਿਸ਼ਨੂੰ ਜਿਹੜਾ ਇਸ ਪ੍ਰਕਾਰ ਕਹਿੰਦੇ ਉਹਦੀ ਨਾਭੀ ਤੋਂ ਕਹਿੰਦੇ ਇਸ ਪ੍ਰਕਾਰ ਕਮਲ ਪੈਦਾ ਹੋਇਆ ਸੀ। ਸੋ ਆਦ ਜੋ ਪ੍ਰਾਚੀਨ ਧਰਮ ਗ੍ਰੰਥਾਂ ਦਾ ਕਥਨ ਹੈ, ਕਹਿੰਦੇ ਬਈ ਨਾਭ ਕਮਲ ਤੇ ਜਿਹੜੇ ਪ੍ਰਕਾਰ ਕਮਲ ਦੀ ਨਾਭੀ ਜੋ ਨਾਲੀ ਸੀ, ਉਹਦੇ ਵਿੱਚੋਂ ਕਹਿੰਦੇ ਬ੍ਰਹਮਾ ਦਾ ਜਿਹੜਾ ਸੀ ਬ੍ਰਹਮਾ ਪੈਦਾ ਹੋਇਆ ਸੀ ਕਮਲ ਦੇ ਫੁੱਲ ਵਿੱਚੋਂ। ਵੇਦ ਪੜ੍ਹੈ ਮੁਖ ਕੰਠ ਸਵਾਰ, ਤੇ ਬੜਾ ਸਵਾਰ ਕਰਕੇ ਕੰਠ ਤੋਂ ਵੇਦਾਂ ਨੂੰ ਪੜ੍ਹਦਾ ਸੀ, ਕਮਲ ਦੇ ਫੁੱਲ ਤੇ ਬੈਠਾ। ਕਹਿੰਦੇ ਪਾਣੀ ਹੀ ਪਾਣੀ ਸੀ, ਉਹਦੇ ਵਿੱਚ ਕਮਲ ਸੀ, ਕਮਲ ਦੀ ਨਾਭੀ ਤੋਂ ਪੈਦਾ ਫੁੱਲ ਦੇ ਉੱਤੇ ਕਹਿੰਦੇ ਉੱਥੇ ਵੇਦ ਪੜ੍ਹਦਾ ਸੀ। ਇਸ ਤਰ੍ਹਾਂ ਸੁਰਤੀਆਂ ਤਾਕੋ ਅੰਤ ਨ ਜਾਈ ਲਖਣਾ, ਪਰ ਜਿਸ ਵੇਲੇ ਹੰਕਾਰ ਹੋਇਆ ਸੀ ਤੇ ਕਮਲ ਦੀ ਨਾਭ ਦਾ ਹੀ ਅੰਤ ਨਹੀਂ ਪਾ ਸਕਿਆ ਸੀ ਉਹ। ਆਵਤ ਜਾਤ ਰਹੇ ਗੁਬਾਰ, ਤਾਂ ਬੜਾ ਹਨੇਰਾ ਕਹਿੰਦੇ ਨੇ ਇਸ ਪ੍ਰਕਾਰ 36 ਯੁਗ ਵਰਤੈ ਗੁਬਾਰਾ, ਤਾੜੀ ਲਾਈ ਸਿਰਜਣਹਾਰ। ਕਹਿੰਦੇ 18 ਯੁਗ ਥੱਲੇ ਨੂੰ ਗਿਆ, 18 ਯੁਗ ਫਿਰ ਜੇ ਬੇਨਤੀਆਂ ਕੀਤੀਆਂ, ਫਿਰ ਬਾਹਰ ਕੱਢਿਆ, ਹਨੇਰੇ ਵਿੱਚ ਰਿਹਾ ਸੀ ਬ੍ਰਹਮਾ। ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਆਧਾਰ, ਇਹ ਮੇਰੇ ਪ੍ਰਾਣਾਂ ਦੇ ਆਧਾਰ ਆਸਰੇ ਮੇਰੇ ਵਾਹਿਗੁਰੂ, ਤੂੰ ਕਿਵੇਂ ਮੈਨੂੰ ਕਦੇ ਵੀ ਨਾ ਭੁੱਲੋ। ਭਾਵ ਹੈ ਕਿ ਐਸਾ ਤੂੰ ਬੇਅੰਤ ਹੈ। ਜਾ ਕੀ ਭਗਤ ਕਰਹਿ ਜਨ ਪੂਰੇ, ਮਹਾਰਾਜ ਪੂਰਨ ਤੇਰੇ ਭਗਤ ਜਿਹੜੇ ਹਨ ਤੇਰੀ ਇਸ ਪ੍ਰਕਾਰ ਪੂਜਾ ਕਰਦੇ ਨੇ, ਤੇਰਾ ਸਿਮਰਨ ਕਰਦੇ ਹਨ। ਮਨ ਜਨ ਸੇਵਹਿ ਗੁਰ ਵਿਚਾਰ, ਗੁਰੂ ਦੀਆਂ ਵਿਚਾਰਾਂ ਕਰ ਕਰਕੇ ਮੁਨੀ ਲੋਕ ਜਨ ਭਗਤ ਰਿਸ਼ੀ ਮੁਨੀ ਲੋਕ ਸਭ ਮਹਾਰਾਜ ਤੇਰੀਆਂ ਵਿਚਾਰਾਂ ਕਰਦੇ ਹਨ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਦੋਹਰਾ ਸ੍ਰੀ ਨਾਰਾਇਣ ਨਾਭ ਤੇ, ਉਹ ਨਾਰਾਇਣ ਜੋ ਅਕਾਲ ਪੁਰਖ ਨੂੰ ਨਾਰਾਇਣ ਕਿਹਾ, ਉਹਦੀ ਨਾਭੀ ਤੋਂ ਉਪਜਿਓ ਕਮਲ ਅਨੂਪ, ਇਸ ਪ੍ਰਕਾਰ ਸੋ ਕਹਿੰਦੇ ਉਪਮਾ ਤੋਂ ਰਹਿਤ ਕਮਲ ਪੈਦਾ ਹੋਇਆ। ਤਿਸ ਮਾਹੀ ਬ੍ਰਹਮਾ ਭਇਓ, ਉਹਦੇ ਵਿੱਚ ਕਹਿੰਦੇ ਬ੍ਰਹਮਾ ਪੈਦਾ ਹੋਇਆ। ਚਤੁਰ ਬਦਨ ਜਿਸ ਰੂਪ, ਜਿਹਦਾ ਰੂਪ ਚਾਰ ਮੂੰਹਾਂ ਵਾਲਾ ਕਿਹਾ ਜਾਂਦਾ ਹੈ। ਚਉਪਈ ਸੋ ਖੋਜਣ ਲਾਗਿਓ ਕਰਤਾਰਾ, ਕਹਿੰਦੇ ਉਹ ਤੁਸੀਂ ਕਰਤਾਰ ਦੀ ਗੱਲ ਕਹਿੰਦੇ, ਕਰਤਾਰ ਨੂੰ ਖੋਜਣ ਲੱਗਾ ਸੀ ਉਹ ਵੀ। ਨਹ ਜਾਣਿਓ ਤਿਹ ਪਾਰਾਵਾਰਾ, ਪਰ ਉਸ ਤੋਂ ਵੀ ਬ੍ਰਹਮਾ ਤੋਂ ਅੰਤ ਵੀ ਨਹੀਂ ਪਾਇਆ ਗਿਆ ਸੀ ਪਰਮੇਸ਼ਵਰ ਦਾ ਕੋਈ ਪਾਰਾਵਾਰ, ਉਹਨੂੰ ਵੀ ਨਹੀਂ ਪਤਾ ਲੱਗਿਆ ਸੀ। ਖੋਜਤ ਰਹਿ ਗਇਓ ਹਾਰੂ, ਉਹ ਲੱਭਦਾ ਖੋਜਦਾ ਹਾਰ ਗਿਆ ਸੀ। ਨਰ ਬਪਰੇ ਕੀ ਕੌਣ ਵਿਚਾਰੂ, ਤੇ ਦੱਸੋ ਸੰਤ ਜੀ ਬੰਦੇ ਦੀ ਕੀ ਵਿਚਾਰੇ ਦੀ ਸ਼ਕਤੀ ਆ ਵੀ ਉਸ ਵਾਹਿਗੁਰੂ ਦਾ ਕੋਈ ਅੰਤ ਲੱਭ ਲਵੇ। ਕਹਿੰਦੇ ਬ੍ਰਹਮਾ ਵਰਗਿਆਂ ਤੋਂ ਵਾਹਿਗੁਰੂ ਦਾ ਕੋਈ ਪਤਾ ਨਹੀਂ ਲੱਗਾ, ਬੇਅੰਤ ਹੀ ਰਿਹਾ। ਕਹਿ ਸੰਤ ਸਭ ਹਮਹਿ ਸੁਨਾਵਹੁ, ਉਹ ਕਹਿਣ ਲੱਗੇ ਇਹ ਸੰਤ ਲੋਕ ਮਹਾਰਾਜ ਸਾਨੂੰ ਕਿਰਪਾ ਕਰਕੇ ਸੁਣਾਓ ਜੀ। ਜਿਉ ਖੋਜੀ ਹੈ ਆਦ ਬਤਾਵਹੁ, ਜਿਸ ਤਰੀਕੇ ਦੇ ਨਾਲ ਉਹਦੀ ਆਦ ਦਾ ਖੋਜ ਹੈ ਪਰਮੇਸ਼ਵਰ ਦਾ, ਉਹ ਕਿਰਪਾ ਕਰਕੇ ਸਾਨੂੰ ਦੱਸੋ ਜੀ। ਹੋਏ ਨ ਤੁਮ ਤੇ ਦੁਰਿਓ ਬਿਰਤੰਤਾ, ਮਹਾਰਾਜ ਤੁਹਾਡੇ ਕੋਲ ਤਾਂ ਕੁਝ ਵੀ ਛਪਿਆ ਹੋਇਆ ਨਹੀਂ ਹੈ ਪ੍ਰਸੰਗ। ਕਰ ਪਰ ਬਦਰ ਹਿਰਦੈ ਅਸ ਗਿਆਤਾ, ਤੋ ਮਹਾਰਾਜ ਜਿਵੇਂ ਸੋ ਹੱਥ ਦੇ ਤਲੀ ਦੇ ਉੱਤੇ ਬੇਰ ਰੱਖ ਲਈਏ, ਇਸ ਤਰ੍ਹਾਂ ਤੁਹਾਨੂੰ ਸਾਰਾ ਹੀ ਗਿਆਨ ਹੈ ਵਾਹਿਗੁਰੂ ਦਾ। ਸ੍ਰੀ ਗੁਰ ਭਨੇ ਸੁਨਹੁ ਹਿਤ ਸੰਗਾ, ਹਜੂਰ ਕਹਿੰਦੇ ਪ੍ਰੇਮ ਦੇ ਨਾਲ ਸਰਵਣ ਕਰੋ। ਸ੍ਰਿਸ਼ਟ ਸਿਰਜਨ ਤੇ ਪ੍ਰਥਮ ਪ੍ਰਸੰਗਾ, ਜਦੋਂ ਸ੍ਰਿਸ਼ਟੀ ਦੀ ਰਚਨਾ ਕਰਨੀ ਸੀ ਉਸ ਤੋਂ ਪਹਿਲਾਂ ਦਾ ਜਿਹੜਾ ਪ੍ਰਸੰਗ ਆ ਤੁਹਾਨੂੰ ਦੱਸਦੇ ਹਾਂ। ਬ੍ਰਹਮਾ ਭਇਓ ਕਮਲ ਤੇ ਜਬ ਹੀ, ਜਦੋਂ ਬ੍ਰਹਮਾ ਕਹਿੰਦੇ ਕਮਲ ਤੋਂ ਪੈਦਾ ਹੋਇਆ ਸੀ। ਉਸਤਤ ਠਾਨੀ ਪ੍ਰਭ ਕੀ ਤਬ ਹੀ, ਉਸ ਨੇ ਇਸ ਤਰੀਕੇ ਦੇ ਨਾਲ ਵਾਹਿਗੁਰੂ ਪਰਮੇਸ਼ਵਰ ਦੀ ਉਸਤਤੀ ਕੀਤੀ ਸੀ ਜਦੋਂ ਬ੍ਰਹਮਾ ਪੈਦਾ ਹੋਇਆ ਸੀ।
ਤੋ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਹੁਣ ਬ੍ਰਹਮਾ ਤੋਂ ਵਾਹਿਗੁਰੂ ਪਰਮੇਸ਼ਵਰ ਦੀ ਬੇਅੰਤਤਾ ਦਾ ਗਿਆਨ ਦੇ ਕਰਕੇ ਸਾਨੂੰ ਉਹ ਬੇਅੰਤ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪਣ ਦੀ ਪ੍ਰੇਰਨਾ ਕਰਦੇ ਹਨ। ਧੰਨ ਮੇਰੇ ਸਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਨ। ਜਿਵੇਂ ਜਿਵੇਂ ਗੁਰੂ ਦਾ ਇਤਿਹਾਸ ਹੈ, ਜਿਵੇਂ ਜਿਵੇਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਸ਼ਬਦ ਉਚਾਰਨ ਕਰ ਕਰਕੇ ਇਸ ਪ੍ਰਕਾਰ ਸਮੇਂ ਸਮੇਂ 'ਤੇ ਬਖਸ਼ਿਸ਼ਾਂ ਕੀਤੀਆਂ ਨੇ, ਉਹ ਅਸੀਂ ਇਤਿਹਾਸ ਦੇ ਵਿੱਚੋਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਨ। ਸਤਿਗੁਰਾਂ ਦਾ ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਵਿਆਪੇ ਮੇਲੇ ਦੇ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਂ ਸੁਣੀਆਂ, ਜੋ ਹੋਵੇ ਸਭ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਸ੍ਰੀ ਗੁਰ ਭਨੈ ਸੁਨਹੁ ਹਿਤ ਸੰਗਾ, ਸ੍ਰਿਸ਼ਟ ਸਿਰਜਨ ਤੇ ਪ੍ਰਥਮ ਪ੍ਰਸੰਗਾ। ਬ੍ਰਹਮਾ ਭਇਓ ਕਮਲ ਤੇ ਜਬ ਹੀ, ਉਸਤਤ ਠਾਨੀ ਪ੍ਰਭ ਕੀ ਤਬ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।